बोले सोने हाल सास भी अकाल। वाहिगुरु साहिब जी। कौन करम विद्या कहो कैसी, धर्म कौन पुन करई। कौन नाम गुर जाकै सिमरै, भव सागर को तरई। मन मूरख अजहू नह समझत, सिख दै हारियो नीत। नानक भौजल पार परै, जो गावै प्रभ के गीत। तेग बहादुर धर्म तुझ, हरता तुरकन मूल। चरण शरण तारन तरन, नमो होए अनुकूल। चरण शरण तारन तरन, नमो होए अनुकूल। सरवरे कायनात वालिए कुल आलम, भगत वशल पतत पावन दसां पातशाहियां दी जोत। रब्बी ज्ञान दे सागर साहिब सतगुरु श्री गुरु ग्रंथ साहिब पातशाह जी दी पावन चरण शरण वे सुभाए मान। बहुत ही वडभागी गुरसिख सतसंगी जनों, गुरबाणी तिना गुरसिखां भाए भगत गुरपुरब करंदे दे महावाक अनुसार गुरु नानक जोत दे नावें स्वरूप त्याग वैराग ते अनुराग दे मुजस्मे, धर्म दी चादर तिलक जंजू दे राखे साहिब सतगुरु श्री गुरु तेग बहादुर साहब जी दे 400 साला प्रकाश पुरब नूं बहुत ही शरधा सहित मनाउंदियां जो अज दे इह गुरमत समागम प्रबंधकां वल्लों जो उन्हां नूं मालक ने उद्यम उपराला बख्शिश कीता है करवाए जा रहे ने। दास तो पहला अति सत्कारयोग भाई साहब भाई दविंदर सिंह जी हजूरी रागी जथा सचखंड श्री हरमंदर साहब, उन्हां पासों हुणे आपां सरवण कर रहे सी सतगुरु जी दी पवित्र बाणी दे रस भिन्ने कीर्तन। आओ कुछ समां गुरमत विचारां नाल सारे जुड़न दा यतन करिए। एक अनुभव करियो कि धन गुरु तेग बहादुर साहब महाराज दे बचन ने भी कुछ भी मनुख दे नाल इस संसार तो तुर लग्या नहीं तुरदा। जो कुछ है असी जिंदगी विच वरतों विहार अपने गुजरान विच वरत सकते हाँ, बस इक्को ही है जिहड़ा सतसंग विच जुड़ के मालक दे असी गुण गाउने आ, कीर्ति करते हाँ, हर जस गायन करते हाँ।
ਉਹ ਹਰ ਜਸ ਸਾਡੇ ਨਾਲ ਲੋਕ ਪਰਲੋਕ ਵਿੱਚ ਨਿਭਦਾ ਹੈ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਜਿੱਥੇ ਪ੍ਰਬੰਧਕ ਸਹਿਬਾਨ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰ ਰਹੇ ਨੇ, ਹੋਰ ਸੇਵਾਵਾਂ ਨਿਭਾ ਰਹੇ ਨੇ, ਥੋੜੀ ਜੀ ਉਹ ਤਵੱਜੋ ਦੇਣ। ਜਿੱਥੇ ਬੱਚੇ ਰੌਲੇ ਪਾ ਰਹੇ ਨੇ, ਉੱਥੇ ਇੱਕ ਦੋ ਸੱਜਣ ਖੜੋ ਕੇ ਬੱਚਿਆਂ ਨੂੰ ਪਿਆਰ ਸਹਿਤ ਬਿਠਾਓ, ਤਾਂ ਕਿ ਸਤਿਗੁਰੂ ਜੀ ਦੇ ਹਜ਼ੂਰ ਜੋ ਦੀਵਾਨ ਸੱਜੇ ਹਨ, ਆਪਾਂ ਸਾਰੇ ਇਹਦੀ ਮਹਾਨਤਾ ਨੂੰ ਸਮਝੀਏ ਵੀ ਔਰ ਕਾਇਮ ਵੀ ਰੱਖੀਏ। ਸਭ ਤੋਂ ਪਹਿਲਾਂ ਦਾਸ ਦੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਪਿਆਰ ਸਹਿਤ ਅਦਬ ਸਹਿਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੌਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਉਹਨਾਂ ਨੇ ਆਪਣੀ 54 ਸਾਲ ਦੀ ਕੁੱਲ ਸਰੀਰਕ ਉਮਰ ਵਿੱਚ ਜ਼ਿੰਦਗੀ ਦੇ ਹਰ ਪੜਾਅ ਤੇ ਹਰ ਪਹਿਲੂ ਨੂੰ ਸਿਖਰ ਤੇ ਛੂਹਿਆ। ਇਸੇ ਕਰਕੇ ਉਹਨਾਂ ਬਾਰੇ ਅਸੀਂ ਬਚਨ ਪੜ੍ਹਦੇ ਹਾਂ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਹੱਦ ਕਰ ਦਿੱਤੀ, ਚਰਮ ਸੀਮਾ ਨੂੰ ਛੂਹਿਆ। ਸਿਖਰ ਤੱਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੀ ਜ਼ਿੰਦਗੀ ਦਾ ਹਰ ਪੜਾਅ ਜਿਹੜਾ ਹੈ ਉਹਨੂੰ ਅੰਤਮ ਛੋਹਾਂ ਦਿੱਤੀਆਂ ਨੇ। ਜੇ ਬਚਪਨ ਵਿੱਚ ਗੁਰੂ ਪਿਤਾ ਦੇ ਹੁਕਮ ਮੰਨਣ ਦੀ ਗੱਲ ਵੇਖੀਏ, ਜਦੋਂ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ 5 ਪੁੱਤਰਾਂ ਨੂੰ ਛੱਡ ਕੇ ਆਪਣੇ ਪੋਤਰੇ ਨੂੰ ਗੁਰਿਆਈ ਬਖਸ਼ਿਸ਼ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੋਈ ਦਾਅਵਾ ਨਹੀਂ ਕੀਤਾ। ਗੁਰੂ ਪਿਤਾ ਦਾ ਹੁਕਮ ਮੰਨਿਆ। ਜੇ ਲੋੜ ਪਈ ਅੰਮ੍ਰਿਤਸਰ ਸਾਹਿਬ ਛੱਡ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਚਲੇ ਗਏ। ਉੱਥੇ ਸਿਮਰਨ ਬੰਦਗੀ ਦੀ ਬੁਲੰਦੀ ਨੂੰ ਛੂਹਿਆ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਸਾਨੂੰ ਵੀ ਸਿੱਖਿਆ ਦਿੱਤੀ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਜਿਹੜੇ ਮਾਲਕ ਦਾ ਗੁਣ ਨਹੀਂ ਗਾਉਂਦੇ, ਪ੍ਰਭੂ ਦੀ ਬੰਦਗੀ ਨਹੀਂ ਕਰਦੇ, ਉਹਨਾਂ ਦੇ ਜੀਵਨ ਦੇ ਹਰ ਪੜਾਅ ਜਿਹੜੇ ਨੇ, ਚਾਹੇ ਉਹ ਬਚਪਨ ਹੈ, ਜਵਾਨੀ ਹੈ, ਬੁਢਾਪਾ ਹੈ, ਉਹ ਨਿਫਲ ਚਲਿਆ ਜਾਂਦਾ ਹੈ। ਜੇ ਲੋੜ ਪਈ ਤੇ ਬਾਬਾ ਬਕਾਲਾ ਸਾਹਿਬ ਛੱਡ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਚਲੇ ਗਏ। ਜੇ ਲੋੜ ਪਈ ਮਜਲੂਮਾਂ ਦੀ ਖਾਤਰ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪ੍ਰਾਣ ਤੱਕ ਵੀ ਤਿਆਗ ਦਿੱਤੇ, ਸਰੀਰ ਤੱਕ ਤਿਆਗ ਦਿੱਤਾ। ਉਹਨਾਂ ਦਾ ਪ੍ਰਕਾਸ਼ ਅੰਮ੍ਰਿਤਸਰ ਸ਼ਹਿਰ ਵਿੱਚ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਸਤਿਕਾਰਯੋਗ ਮਾਤਾ ਨਾਨਕੀ ਜੀ ਦੀ ਪਾਵਨ ਕੁੱਖ ਤੋਂ 1621 ਨੂੰ ਹੋਇਆ। ਗੁਰੂ ਕੇ ਮਹਿਲ, ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਤੋਂ ਸਤਿਗੁਰੂ ਜੀ ਦੇ ਪਰਿਵਾਰ ਵੱਲੋਂ ਆਪਣੀ ਰਿਹਾਇਸ਼ ਬਣਾਈ ਹੋਈ ਸੀ, ਉਸ ਪਾਵਨ ਸਥਾਨ ਵਿਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਆਗਮਨ ਹੋਇਆ। 10 ਪਾਤਸ਼ਾਹੀਆਂ ਵਿੱਚੋਂ ਵਾਹਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ, ਜਿਨ੍ਹਾਂ ਦਾ ਪ੍ਰਕਾਸ਼ ਅੰਮ੍ਰਿਤਸਰ ਸ਼ਹਿਰ ਵਿਖੇ ਹੋਇਆ। ਕਿਉਂਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਭਾਵੇਂ ਬਾਸਰ ਕੇ ਨਗਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ 1479 ਨੂੰ ਹੋਇਆ ਸੀ, ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਅੰਮ੍ਰਿਤਸਰ ਜ਼ਿਲ੍ਹੇ ਦੇ ਨਗਰ ਗੋਇੰਦਵਾਲ ਸਾਹਿਬ ਵਿਖੇ 1563 ਨੂੰ ਹੋਇਆ।
1595 ਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਗੁਰੂ ਕੀ ਵਡਾਲੀ ਵਿਖੇ ਹੋਇਆ ਹੈ। ਪਰ ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਦਾ ਪ੍ਰਕਾਸ਼ ਗੁਰੂ ਕੀ ਨਗਰੀ ਅੰਮ੍ਰਿਤਸਰ ਸ਼ਹਿਰ ਵਿੱਚ ਹੋਇਆ ਹੈ। ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਇਤਿਹਾਸ ਕਹਿੰਦਾ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ। ਕਿਉਂਕਿ ਜਿੱਥੇ ਗੁਰਬਾਣੀ ਪਾਠ ਸਾਡਾ ਨਿੱਜੀ ਨਿਤਨੇਮ ਹੈ, ਇਹ ਚੇਤਾ ਰੱਖਿਓ, ਇੱਕ ਹੋਮ ਵਰਕ ਹੁੰਦਾ ਹੈ ਤੇ ਇੱਕ ਕਲਾਸ ਵਰਕ ਹੁੰਦਾ ਹੈ। ਜਿਹੜਾ ਨਿਤਨੇਮ ਹੈ ਪਾਠ ਰੂਪ ਦੇ ਵਿੱਚ ਉਹ ਅਸੀਂ ਘਰ ਬਹਿ ਕੇ ਕਰਨਾ ਹੈ। ਅੰਤਰ ਗੁਰ ਆਰਾਧਨਾ ਜੇਵਾ ਸਤਿਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਨਣਾ ਗੁਰ ਨਾਉ। ਘਰ ਵਿੱਚ ਅਸੀਂ ਨਿਤਨੇਮ ਕਰਕੇ ਜਾਣਾ ਹੈ ਤੇ ਜਦੋਂ ਗੁਰੂ ਘਰ ਪਹੁੰਚਣਾ ਹੈ ਸਤ ਸੰਗਤ ਵਿੱਚ, ਉੱਥੇ ਗੁਰਬਾਣੀ ਦਾ ਪਾਠ, ਗੁਰਬਾਣੀ ਕੀਰਤਨ ਜਾਂ ਕਥਾ ਦਾ ਪ੍ਰਵਾਹ ਜਾਂ ਢਾਡੀ ਵਾਰਾਂ ਚੱਲ ਰਹੀਆਂ ਨੇ, ਉਹ ਅਸੀਂ ਸੁਣਨਾ ਹੈ। ਜਿਵੇਂ ਸਿਆਣਾ ਵਿਦਿਆਰਥੀ ਘਰ ਵਿੱਚ ਹੋਮਵਰਕ ਕਰਦਾ ਹੈ ਤੇ ਸਕੂਲ ਵਿੱਚ ਜਾ ਕੇ ਜੋ ਉਹਨੂੰ ਕਲਾਸ ਵਰਕ ਕਰਾਇਆ ਜਾਂਦਾ ਹੈ, ਉਹ ਬੜੇ ਇਕਾਗਰ ਚਿੱਤ ਹੋ ਕੇ ਕਲਾਸ ਵਰਕ ਕਰਦਾ ਹੈ ਤੇ ਉਹਨੂੰ ਫਿਰ ਸਫਲਤਾ ਪ੍ਰਾਪਤ ਹੁੰਦੀ ਹੈ। ਤੇ ਜੇ ਅਸੀਂ ਘਰੇ ਨਿਤਨੇਮ ਕੀਤਾ ਹੀ ਨਹੀਂ ਤੇ ਅੱਗੇ ਕੀਰਤਨ ਚੱਲ ਰਿਹਾ ਤੇ ਉੱਥੇ ਜਾ ਕੇ ਅਸੀਂ ਕਹੀਏ ਵੀ ਹੁਣ ਨਿਤਨੇਮ ਕਰ ਲਈਏ, ਤੇ ਸਾਡੀ ਹਾਲਤ ਉਸ ਪਛੜੇ ਹੋਏ ਵਿਦਿਆਰਥੀ ਦੀ ਤਰ੍ਹਾਂ ਵੀ ਕਲਾਸ ਵਿੱਚ ਤਾਂ ਕਲਾਸ ਵਰਕ ਕਰਾਇਆ ਜਾ ਰਿਹਾ ਤੇ ਉਹ ਕਵੇ ਵੀ ਮੇਰਾ ਅਜੇ ਹੋਮਵਰਕ ਬਾਕੀ ਹੈ। ਟੀਚਰ ਕਲਾਸ ਵਰਕ ਕਰਾ ਰਿਹਾ ਹੋਵੇ ਤੇ ਉਹ ਹੋਮਵਰਕ ਕਰਨ ਲੱਗ ਪਏ। ਜੋ ਗੁਰਬਾਣੀ ਪਾਠ ਹੈ ਉਹ ਅਸੀਂ ਘਰ ਵਿੱਚ ਸਾਡਾ ਨਿੱਜੀ ਨਿਤਨੇਮ ਹੈ, ਤੇ ਜਿਹੜਾ ਆਸਾ ਦੀ ਵਾਰ ਹੈ ਉਹ ਸੰਗਤੀ ਨਿਤਨੇਮ ਹੈ। ਕਿਉਂਕਿ ਆਸਾ ਦੀ ਵਾਰ ਵਿੱਚ ਗਰੀਬ ਨਵਾਜ਼ ਜੀ ਨੇ तमाम ਵਹਿਮਾਂ ਭਰਮਾਂ ਦਾ, ਕਰਮ ਕਾਂਡਾਂ ਦਾ ਜ਼ਿਕਰ ਕਰਕੇ ਸਾਨੂੰ ਸੱਚੇ ਨਾਮ ਨਾਲ ਜੁੜਨ ਦੀ ਪ੍ਰੇਰਣਾ ਕੀਤੀ ਹੈ। ਛੋਡੀ ਲੈ ਪਖੰਡਾ ਨਾਮ ਲਿਆ ਜਾਹੇ ਧਰਮਦਾ, ਵੀ ਪਖੰਡ ਛੱਡ ਦਈਏ, ਵਹਿਮ ਭਰਮ ਕਰਮ ਕਾਂਡ ਛੱਡ ਦਈਏ। ਇਹਦੇ ਛੱਡਣ ਨਾਲ, ਨਾਮ ਸਿਮਰਨ ਜਪਣ ਦੇ ਨਾਲ ਹੀ ਸਾਡਾ ਉਧਾਰ ਹੋਣਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ, ਸਮਾਪਤੀ ਤੋਂ ਬਾਅਦ ਸਤਿਗੁਰੂ ਜੀ ਨੂੰ ਗੁਰਸਿੱਖਾਂ ਆ ਕੇ ਬੇਨਤੀ ਕੀਤੀ ਕਿ ਮਾਲਕ ਨੇ ਤੁਰਟ ਕਰਕੇ ਆਪ ਜੀ ਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ਼ੁਕਰਾਨਾ ਕੀਤਾ ਸੀ, ਕਿਉਂਕਿ ਗੁਰੂ ਘਰ ਦੀ ਇਹ ਮਰਿਆਦਾ ਹੈ, ਸਤਿਗੁਰ ਸਾਚੇ ਦੀਆ ਭੇਜ, ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਭੰਨਾ, ਗੁੱਜੀ ਛੰਨੀ ਨਾਹੀ ਬਾਤ, ਗੁਰ ਨਾਨਕ ਤੁਠਾ ਕੀਨੀ ਦਾਤ। ਜਿੱਥੇ ਮਾਲਕ ਦਾ ਸ਼ੁਕਰਾਨਾ ਕੀਤਾ, ਉੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗੁਰੂ ਕੇ ਮਹਿਲ ਆਪਣੇ ਨਿੱਜੀ ਰਹਿਸ ਸਥਾਨ ਤੇ ਪਹੁੰਚੇ ਤੇ ਬੜੇ ਗੰਭੀਰ ਹੋ ਕੇ, ਬੜੇ ਗੌਰ ਨਾਲ ਉਹਨਾਂ ਨੇ ਆਪਣੇ ਬਾਲਕ ਨੂੰ ਤੱਕਿਆ। ਭਾਈ ਬਿਧੀ ਚੰਦ ਵਰਗੇ ਸਤਿਗੁਰੂ ਜੀ ਦੇ ਹਜ਼ੂਰ ਬੜੇ ਪ੍ਰੇਮ ਸਹਿਤ ਰਹਿਣ ਵਾਲੇ, ਸਿੱਖੀ ਨੂੰ ਕਮਾਉਣ ਵਾਲੇ ਗੁਰਸਿੱਖ ਵੇਖ ਰਹੇ ਸਨ ਕਿ ਸਤਿਗੁਰੂ ਜੀ ਦੇ ਗ੍ਰਹਿ ਵਿਖੇ ਪਹਿਲਾਂ ਵੀ ਮਾਲਕ ਨੇ ਜੋ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ, ਬਾਬਾ ਅਣੀ ਰਾਏ, ਬਾਬਾ ਅਟਲ ਸਾਹਿਬ, ਇੱਕ ਪੁੱਤਰੀ ਸੀ ਹਜ਼ੂਰ ਦੀ ਬੀਬੀ ਵੀਰੋ। ਪਰ ਸਤਿਗੁਰੂ ਜੀ ਆਪਣੇ ਇਸ ਹੋਣਹਾਰ ਸਾਹਿਬਜ਼ਾਦੇ ਨੂੰ ਬੜਾ ਗੌਰ ਨਾਲ ਤੱਕ ਰਹੇ ਨੇ। ਤੇ ਜਦੋਂ ਭਾਈ ਬਿਧੀ ਚੰਦ ਜੀ ਨੇ ਬੇਨਤੀ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਸੀ, ਇਹ ਗੁਰੂ ਨਾਨਕ ਜੋਤ ਦੇ 9ਵੇਂ ਸਰੂਪ ਨੇ। ਕਿਉਂਕਿ ਅਕਸਰ ਜਦੋਂ ਇਸ ਤਰ੍ਹਾਂ ਦੇ ਪ੍ਰਸ਼ਨ ਉੱਤਰ ਗੁਰਸਿੱਖਾਂ ਦੇ ਸਤਿਗੁਰਾਂ ਦੇ ਨਾਲ ਹੁੰਦੇ, ਜਿਵੇਂ ਪੁੱਛਣ ਸਿੱਖ ਅਰਦਾਸ ਕਰ 6 ਮਹਿਲਾਂ ਤੱਕ ਦਰਸ ਨਿਹਾਰੀ। ਜਦੋਂ ਵੀ 6ਵੇਂ ਪਾਤਸ਼ਾਹ ਨੂੰ ਸਿੱਖ ਪੁੱਛਦੇ ਕਿ 6 ਪਾਤਸ਼ਾਹੀਆਂ ਤੱਕ ਦਰਸ਼ਨ ਹੋਏ ਨੇ, ਅੱਗੋਂ ਹੋਰ ਕਿੰਨੀਆਂ ਪਾਤਸ਼ਾਹੀਆਂ ਹੋਣੀਆਂ ਨੇ,
ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੱਗੋਂ ਉੱਤਰ ਦਿਆ ਕਰਦੇ ਸਨ, ਕਲ ਯੁਗ ਪੀੜੀ ਸੋਢੀਆਂ, ਨੇਚਲ ਨੀਮ ਉਸਾਰ ਖਿਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਯੁਗ ਦਾ ਅਰਥ ਹੁੰਦਾ ਦੋ, ਜਿਵੇਂ ਯੁਗ ਤੋਂ ਜੁਗਲ ਲਫ਼ਜ਼ ਬਣਿਆ। ਕਵੀ ਸੰਤੋਖ ਸਿੰਘ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਦੋਵੇਂ ਚਰਨਾਂ ਤੇ ਨਮਸਕਾਰ ਕਰਦੇ ਨੇ, ਉੱਥੇ ਉਹਨਾਂ ਨੇ ਇਸ ਲਫ਼ਜ਼ ਦੀ ਵਰਤੋਂ ਕੀਤੀ ਹੈ, ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਯੁਗ ਤੋਂ ਜੁਗਲ, ਯੁਗ ਦਾ ਅਰਥ ਦੋ, ਜੁਗ ਜੁਗ ਸਤਿਗੁਰ ਧਰੇ ਅਵਤਾਰੀ, 2+2 4 ਪਾਤਸ਼ਾਹੀਆਂ ਹੋਰ ਅਵਤਾਰ ਧਾਰਨ ਕਰਕੇ ਆਉਣਗੇ। ਤੇ ਹੁਣ ਮੇਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿੱਖਾਂ ਨੂੰ ਦੱਸਿਆ, ਕਹਿਣ ਲੱਗੇ, ਗੁਰੂ ਨਾਨਕ ਜੋਤ ਦੇ 9ਵੇਂ ਵਾਰਿਸ ਪ੍ਰਗਟ ਹੋਏ ਨੇ। ਦੂਸਰਾ ਜ਼ਿਕਰ ਉਹਨਾਂ ਕੀਤਾ ਕਿ ਆਮ ਕਰਕੇ ਮਾਤਾ ਪਿਤਾ, ਭੈਣ ਭਰਾ, ਪੁੱਤਰ ਧੀਆਂ ਇੱਕ ਦੂਸਰੇ ਨਾਲ ਸਾਡਾ ਪੂਰਬਲੇ ਕਰਮਾਂ ਕਰਕੇ, ਜਨਮਾਂ ਕਰਕੇ ਸੰਜੋਗ ਰਲਦਾ ਹੈ ਤੇ ਅੰਤ ਵੇਲੇ ਕੋਈ ਕਿਸੇ ਦਾ ਸਹਾਈ ਨਹੀਂ, ਕਿਉਂਕਿ ਮਾਤ ਪਿਤਾ ਬਨਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਔਰ ਆਮ ਕਰਕੇ ਮੰਨਿਆ ਜਾਂਦਾ ਵੀ ਲੈਣ ਦੇਣ ਕਰਕੇ, ਦੇਣ ਲੈਣ ਕਰਕੇ ਸਾਡੇ ਰਿਸ਼ਤੇ ਬਣਦੇ ਨੇ, ਜੁੜਦੇ ਨੇ, ਇੱਕ ਦੂਸਰੇ ਨਾਲ ਸੰਬੰਧ ਬਣਦਾ ਹੈ। ਸੰਸਾਰ ਵਿੱਚ ਇਹ ਗੱਲ ਪ੍ਰਚਲਿਤ ਸੀ ਵੀ ਜਦੋਂ ਕਿਸੇ ਦਾ ਕੋਈ ਲੈਣਾ ਦੇਣਾ ਬਾਕੀ ਹੋਵੇ, ਕੋਈ ਪੁੱਤਰ ਬਣ ਕੇ ਆ ਜਾਂਦਾ ਹੈ, ਕੋਈ ਧੀ ਬਣ ਕੇ ਜਨਮ ਲੈ ਲੈਂਦੀ ਹੈ, ਕੋਈ ਭੈਣ, ਕੋਈ ਭਰਾ, ਕੋਈ ਮਾਤਾ, ਕੋਈ ਪਿਤਾ, ਇਹ ਸਾਰਾ ਕੁਝ ਲੈਣ ਦੇਣ ਕਰਕੇ ਰਿਸ਼ਤੇ ਜੁੜਦੇ ਨੇ। ਇਸੇ ਲਈ ਸਾਨੂੰ ਪ੍ਰੇਰਣਾ ਕੀਤੀ ਵੀ ਸੰਸਾਰ ਵਿੱਚ ਸੁਰਖਰੂ ਹੋ ਕੇ ਤੁਰਿਓ, ਵੀ ਇਹ ਨਾ ਕਿਉਂ ਵੀ ਹੁਣ ਫਲਾਣੇ ਦਾ ਕੁਝ ਦੇਣਾ ਤੇ ਆਪਾਂ ਚੁੱਪ ਹੀ ਰਹੀਏ, ਨਹੀਂ, ਕਿਉਂਕਿ ਲੈਣ ਦੇਣ ਕਰਕੇ ਹੀ ਜਨਮ ਮਰਨ ਦਾ ਗੇੜ ਜਿਹੜਾ ਉਹ ਬਣਿਆ ਰਹਿੰਦਾ। ਵੀ ਇਸ ਵਾਰ ਜਿਨ੍ਹਾਂ ਨੇ ਲੋਕਾਂ ਨੂੰ ਲੁੱਟਿਆ ਹੋਵੇਗਾ, ਵੱਧ ਫੀਸਾਂ ਲਈਆਂ ਹੋਣਗੀਆਂ, ਨਕਲੀ ਮਾਲ ਵੇਚੇ ਹੋਣਗੇ, ਉਹ ਲੈਣਾ ਦੇਣਾ ਜਿਹੜਾ ਹਿਸਾਬ ਕਿਤਾਬ ਜਿਹੜਾ ਉਹ ਚੱਲਦਾ ਰਹਿੰਦਾ। ਸਭ ਕਹਿਣ ਲੱਗੇ ਆਮ ਕਰਕੇ ਪੁੱਤਰ ਧੀਆਂ, ਭੈਣ ਭਰਾ, ਮਾਤਾ ਪਿਤਾ ਦਾ ਸੰਬੰਧ ਲੈਣ ਦੇਣ ਕਰਕੇ, ਪਰ ਇਹ ਮੇਰਾ ਬਾਲਕ ਕੁਝ ਲੈਣ ਵਾਸਤੇ ਨਹੀਂ, ਦੇਣ ਵਾਸਤੇ ਆਇਆ, ਵੰਡਣ ਵਾਸਤੇ ਆਇਆ। ਸਾਰੀ ਉਮਰ ਇਹਨੇ ਕੁਝ ਨਾ ਕੁਝ ਦਿੰਦੇ ਹੀ ਜਾਣਾ, ਵੰਡਦੇ ਹੀ ਜਾਣਾ। ਜੇ ਕਿਤੇ ਕਿਸੇ ਮਜਲੂਮ ਨੂੰ ਇਹਨਾਂ ਦੇ ਪ੍ਰਾਣਾਂ ਦੀ ਵੀ ਲੋੜ ਪਈ ਤੇ ਮੇਰੇ ਇਸ ਪੁੱਤਰ ਨੇ ਉਹਨਾਂ ਮਜਲੂਮਾਂ ਦੀ ਰਾਖੀ ਕਰਨ ਲਈ ਆਪਣੇ ਪ੍ਰਾਣ ਤੱਕ ਵੀ ਦੇ ਦੇਣੇ। ਮੇਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਬਚਨ ਕਹੇ ਸਨ, ਮੇਰਾ ਇਹ ਪੁੱਤਰ ਦੀਨ ਰਸ਼ ਸੰਕਟ ਹਰਨ ਹੈ। ਇਹ ਦੀਨਾਂ ਦੀ, ਗਰੀਬਾਂ ਦੀ, ਲੋੜਵੰਦਾਂ ਦੀ, ਮਜਲੂਮਾਂ ਦੀ ਰੱਖਿਆ ਕਰਨ ਵਾਲਾ ਹੈ ਤੇ ਸੰਕਟ ਨੂੰ ਦੂਰ ਕਰਨ ਵਾਲਾ ਹੈ। ਖੁਦ ਨੂੰ ਸੰਕਟ ਵਿੱਚ ਪਾ ਕੇ ਦੂਜਿਆਂ ਦਾ ਸੰਕਟ ਦੂਰ ਕਰੇਗਾ। ਖੁਦ ਨੂੰ ਦੁੱਖ ਵਿੱਚ ਪਾ ਕੇ ਆਪਣੇ ਤਨ ਤੇ ਬਹੁਤ ਕੁਝ ਸਹਾਰ ਕੇ ਦੂਜਿਆਂ ਦੇ ਦੁੱਖਾਂ ਦੀ ਨਿਵਰਤੀ ਕਰੇਗਾ। ਆਪਣੇ ਸਰੀਰ ਦੀ ਚਾਦਰ ਬਣਾ ਕੇ ਦੂਜਿਆਂ ਦਾ ਪਰਦਾ ਕੱਜ ਜਾਵੇਗਾ। ਕਹਿਣ ਲੱਗੇ ਇਹ ਮੇਰਾ ਬਾਲਕ ਬੜਾ ਗੈਰ ਗੰਭੀਰ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ 4 ਧਰਮ ਯੁੱਧ ਲੜ ਕੇ ਫਤਿਹ ਕੀਤੇ ਨੇ, ਕਿਉਂਕਿ ਉਹਨਾਂ ਦੱਸ ਦਿੱਤਾ ਕਿ ਲੋਕ ਸ਼ਾਂਤੀ ਦੀ ਗੱਲ ਕਰਦੇ ਨੇ। ਅੱਜ ਵੀ ਸਾਰੇ ਸੰਸਾਰ ਦਾ ਇੱਕੋ ਹੀ ਮੁੱਦਾ ਹੈ ਕਿ ਪੀਸ, ਸ਼ਾਂਤੀ ਕਿਵੇਂ ਹੋਵੇ, ਪੀਸਫੁਲ ਅਵਸਥਾ ਕਿਵੇਂ ਬਣੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਾਂਤੀ ਦੀ ਹੱਦ ਵਿਖਾ ਦਿੱਤੀ ਵੀ ਤਪਦੀ ਹੋਈ ਲੋਹ ਤੇ ਬਿਠਾਇਆ ਗਿਆ, ਦੇਗ ਵਿੱਚ ਉਬਾਲਿਆ ਗਿਆ, ਸੀਸ ਵਿੱਚ ਰੇਤਾ ਪਾਈ ਤੇ ਫਿਰ ਵੀ ਮੇਰੇ ਗੁਰੂ ਅਰਜਨ ਦੇਵ ਜੀ ਤੱਤੇ ਨਹੀਂ ਹੋਏ, ਸਗੋਂ ਸਾਰੇ ਸੰਸਾਰ ਦਾ ਭਲਾ ਮੰਗਿਆ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰਾ ਰਾਜਨ, ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬੈਰਾਈ। ਪਰ ਸਾਹਿਬ ਕਹਿਣ ਲੱਗੇ ਕਿਤੇ ਇਸ ਸ਼ਾਂਤੀ ਨੂੰ ਕੋਈ ਕਮਜ਼ੋਰੀ, ਬੁਝਦਿਲੀ ਜਾਂ ਕਾਇਰਤਾ ਨਾ ਸਮਝ ਲਵੇ। ਹੁਣ 6ਵੇਂ ਜਾਮੇ ਦੇ ਵਿੱਚ ਅਸੀਂ ਬਹਾਦਰੀ ਦੀ ਹੱਦ ਵਿਖਾਵਾਂਗੇ। ਚਾਹੇ ਮੁਗਲਸ ਖਾਂ ਚੜ ਕੇ ਆਇਆ, ਅਬਦੁੱਲਾ ਖਾਂ ਚੜ ਕੇ ਆਇਆ, ਚਾਹੇ ਲਲਾ ਬੇਗ, ਕਮਰ ਬੇਗ, ਚਾਹੇ ਪੈਂਦੇ ਖਾਂ, ਕਾਲੇ ਖਾਂ, ਅਨਵਰ ਖਾਂ, ਉਸਮਾਨ ਖਾਨ,
ਸੈਨਾ ਦੀ ਗਿਣਤੀ ਭਾਵੇਂ 7,000 15,000 35,000 ਚਾਹੇ 75,000 ਸੀ। ਯੁੱਧ ਦਾ ਮਕਾਮ ਭਾਵੇਂ ਲੋਹਗੜ੍ਹ ਅੰਮ੍ਰਿਤਸਰ, ਬਿਆਸ ਦਰਿਆ ਦੇ ਕੰਢੇ ਤੇ ਸ੍ਰੀ ਹਰਗੋਬਿੰਦਪੁਰ, ਚਾਹੇ ਮਾਲਵੇ ਦੀ ਧਰਤੀ ਤੇ ਗੁਰੂਸਰ ਮਹਾਰਾਜ, ਤੇ ਚਾਹੇ ਜਲੰਧਰ ਦੇ ਨੇੜੇ ਕਰਤਾਰਪੁਰ ਸਾਹਿਬ ਦੁਆਬੇ ਦੀ ਧਰਤੀ। ਤਵਾਰੀਖ ਇਹ ਕਹਿੰਦੀ ਹੈ ਵੀ ਇੱਕ ਵੀ ਜਰਨੈਲ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਜਿਉਂਦਾ ਵਾਪਸ ਨਹੀਂ ਸੀ ਜਾਣ ਦਿੱਤਾ। ਉਹਨਾਂ ਦੇ ਮੂੰਹ ਭੰਨ ਕੇ ਰੱਖ ਦਿੱਤੇ ਕਿ ਤੁਸੀਂ ਕਿੰਨੇ ਕੁ ਪਾਣੀ ਵਿੱਚ ਹੋ। ਜੇ ਸ਼ਾਂਤਮਈ ਆਤਮਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉੱਪਰ ਤੁਸੀਂ ਜ਼ੁਲਮ ਕੀਤੇ, ਤਸ਼ੱਦਦ ਕੀਤਾ, ਤੇ ਹੁਣ ਬਹਾਦਰੀ ਦੀ ਹੱਦ ਵੇਖੋ, ਤੁਸੀਂ ਸਾਡੇ ਸਾਹਮਣੇ ਖੜੋ ਨਹੀਂ ਸਕਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਕਰਤਾਰਪੁਰ ਸਾਹਿਬ ਦੀ ਚੌਥੀ ਜੰਗ ਲੜੀ ਨਾ, ਉਸ ਯੁੱਧ ਦੇ ਵਿੱਚ ਬਾਲਕ ਤਿਆਗਮਲ ਨੇ ਬੜੀ ਬਹਾਦਰੀ ਦੇ ਨਾਲ ਤੇਗ ਚਲਾਈ। ਔਰ ਸਾਡੀ ਅੱਜ ਇੱਕ ਬਦਕਿਸਮਤੀ ਹੈ ਕਿ ਅਸੀਂ 10 ਪਾਤਸ਼ਾਹੀਆਂ ਦੀ ਇੱਕ ਸੁਰਤਾ ਨੂੰ ਸਮਝ ਨਹੀਂ ਸਕੇ। ਅਸੀਂ ਕਈ ਵਾਰ ਸਮਝਦੇ ਹਾਂ ਕਿ ਸ਼ਾਇਦ 9ਵੇਂ ਤੇ 5ਵੇਂ ਜਾਮੇ ਵਿੱਚ ਸ਼ਾਂਤਮਈ ਸ਼ਹਾਦਤ, 6ਵੇਂ ਤੇ 10ਵੇਂ ਜਾਮੇ ਵਿੱਚ ਜੰਗਾਂ ਯੁੱਧਾਂ ਦਾ ਸਮਾਂ, ਸ਼ਸਤਰ ਜਿਹੜੇ ਉਹ ਚਲਾਏ ਗਏ। ਨਹੀਂ, ਇਹ ਸਾਰਾ ਕੁਝ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਹੋ ਗਿਆ ਸੀ। ਆਸਾ ਹੱਥ ਕਿਤਾਬ ਕਸ਼, ਕੂਜਾ ਬਾਂਗ ਮਸੱਲਾ ਧਾਰੀ। ਮੇਰੇ ਗੁਰੂ ਨਾਨਕ ਸਾਹਿਬ ਹੀ ਸਪਸ਼ਟ ਕਰ ਗਏ ਸਨ, ਦੁਨੀਆ ਦੇ ਲੋਕੋ, ਬਾਬਰ ਇਕੱਲਾ ਮੀਰ ਜੇ, ਉਹਨੇ ਦੁਨੀਆ ਦਾ ਵੇਖੋ ਕਿੰਨਾ ਫਨਾ ਕੀਤਾ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਰਤਨਾ ਵਰਗੇ ਅਨਮੋਲ ਜੀਵਨ ਉਹਨੇ ਕੁੱਤਿਆਂ ਦੀ ਤਰ੍ਹਾਂ ਰੋਲ ਦਿੱਤੇ ਨੇ। ਰਤਨ ਵਿਗਾੜ ਵਗੋਏ, ਕੁੱਤੀ ਮੋਇਆ ਸਾਰ ਨਕਾਈ। ਇਕੱਲਾ ਮੀਰ ਇੰਨਾ ਖਤਰਨਾਕ ਹੈ ਕਿ ਉਹ ਪਾਪ ਦੀ ਜੰਜ ਦਾ ਲਾੜਾ ਬਣ ਕੇ ਆਉਂਦਾ ਹੈ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਤੇ ਇਕੱਲਾ ਪੀਰ ਵੀ ਕਿਸੇ ਦਾ ਕੁਝ ਨਹੀਂ ਜੇ ਸਵਾਰ ਸਕਦਾ। ਇੱਥੋਂ ਦੇ ਲੋਕ ਬਿਲਕੁਲ ਤਿਆਰੀ ਵਿੱਚ ਨਹੀਂ ਸਨ। ਬਾਬਰ ਦੇ ਹੱਲੇ ਦਾ ਜਵਾਬ ਦੇਣ ਲਈ ਕੋਈ ਉਹਨਾਂ ਦੇ ਕੋਲ ਜੋਗ ਬੰਦੂਕਾਂ, ਜੋਗ ਤੋਪਾਂ ਜਾਂ ਜੋਗ ਉਹਨਾਂ ਕੋਲ ਸਰੀਰਕ ਤੌਰ ਤੇ ਰਿਹਰਸਲ ਨਹੀਂ ਸੀ। ਉਹਨਾਂ ਇੱਕੋ ਹੀ ਆਸ ਰੱਖੀ ਸੀ, ਜਦੋਂ ਬਾਬਰ ਮੀਰ ਚੜ ਕੇ ਆਵੇਗਾ ਤੇ ਆਪਾਂ ਪੀਰਾਂ ਨੂੰ ਵਰਤ ਲਵਾਂਗੇ। ਆਪਾਂ ਕਵਾਂਗੇ ਤੁਸੀਂ ਫੂਕਾ ਮਾਰੋ, ਬਾਬਰ ਦੀ ਫੌਜ ਅੰਨੀ ਹੋ ਜੇ, ਤੁਸੀਂ ਮੰਤਰ ਪੜੋ, ਬਾਬਰ ਦੀ ਫੌਜ ਲੰਗੜੀ ਹੋ ਜੇ। ਪਰ ਸਾਹਿਬ ਕਹਿੰਦੇ, ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ। ਕੋਈ ਮੁਗਲ ਨਾ ਹੁਆ ਅੰਦਾ, ਕਿਨੈ ਨਾ ਪਰਚਾ ਲਾਇਆ। ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ। ਓਨੀ ਤੁਪਕ ਤਾਣ ਚਲਾਈ, ਓਨੀ ਹਸਤ ਚੜਾਈ। ਕਿਉਂਕਿ ਅੱਗੇ ਤਿਆਰੀ ਕੋਈ ਨਹੀਂ ਸੀ। ਇਕੱਲਾ ਮੀਰ ਵੀ ਜ਼ਾਲਮ ਬਣ ਜਾਂਦਾ ਹੈ, ਤੇ ਇਕੱਲਾ ਪੀਰ ਜਿਹੜਾ ਨਾ ਉਹ ਰਾਖੀ ਨਹੀਂ ਕਰ ਸਕਦਾ। ਮੀਰੀ ਤੇ ਪੀਰੀ ਦਾ ਇੱਕੋ ਜਗ੍ਹਾ ਹੋਣਾ ਬੜਾ ਜ਼ਰੂਰੀ ਹੈ। ਇਹ ਸਿਧਾਂਤ ਗੁਰੂ ਨਾਨਕ ਸਾਹਿਬ ਜੀ ਨੇ ਦ੍ਰਿੜ ਕਰਾ ਦਿੱਤਾ ਸੀ। ਇਹੀ ਕਾਰਨ ਸੀ ਨਾ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਕਦੇ ਕੰਧ ਦੇ ਥੱਲੇ ਦੇ ਕੇ ਉਹਨਾਂ ਦੇ ਜੀਵਨ ਦੀ ਲੀਲਾ ਨੂੰ ਸਮਾਪਤ ਕਰਨ ਦਾ ਯਤਨ ਕੀਤਾ। ਅੱਜ ਸਰਹੰਦ ਦੀ ਕੰਧ ਤਾਂ ਸਾਨੂੰ ਚੇਤੇ ਹੈ, ਗਵਾਲੀਅਰ ਦਾ ਕਿਲਾ ਤੇ ਚੇਤੇ ਆ, ਠੰਡਾ ਬੁਰਜ ਤੇ ਚੇਤੇ ਆ, ਪਰ ਸਾਨੂੰ ਬਟਾਲੇ ਦੀ ਕੰਧ ਚੇਤੇ ਨਹੀਂ, ਸਾਨੂੰ ਬਾਬਰ ਦੀ ਹਵਾਲਾਤ ਚੇਤੇ ਨਹੀਂ। ਕਿਉਂਕਿ ਸਿੱਖੀ ਦਾ ਸਫ਼ਰ ਬਟਾਲੇ ਦੀ ਕੰਧ ਤੋਂ ਸਰਹੰਦ ਦੀ ਕੰਧ ਤੱਕ ਹੈ। ਬਾਬਰ ਦੀ ਹਵਾਲਾਤ ਤੋਂ ਲੈ ਕੇ ਗਵਾਲੀਅਰ ਦਾ ਕਿਲਾ ਤੇ ਉਹ ਠੰਡੇ ਬੁਰਜ ਦੀ ਕੈਦ, ਇਹ ਮੇਰੇ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਆਰੰਭ ਹੋ ਗਿਆ ਸੀ। ਤੇ ਸ਼ਸਤਰਾਂ ਦੀ ਜਦੋਂ ਆਪਾਂ ਗੱਲ ਕਰਾਂਗੇ, 10 ਪਾਤਸ਼ਾਹੀਆਂ ਵਿੱਚੋਂ ਵਾਹਦ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦਾ ਲਕਬ ਸ਼ਸਤਰਾਂ ਨਾਲ ਜੁੜਿਆ ਹੋਇਆ, ਜਦੋਂ ਬੜੀ ਬਹਾਦਰੀ ਨਾਲ ਤੇਗ ਚਲਾਈ, ਦੁਸ਼ਮਣਾਂ ਦੇ ਆਹੂ ਲਾ ਦਿੱਤੇ। ਔਰ ਇਸ ਕਰਤਾਰਪੁਰ ਸਾਹਿਬ ਦੇ ਧਰਮ ਯੁੱਧ ਦੀ ਇੱਕ ਖਾਸੀਅਤ ਸੀ ਕਿ ਇਸ ਯੁੱਧ ਨੂੰ ਮਾਤਾ ਨਾਨਕੀ ਜੀ ਨੇ, ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਨੇ, ਤੇ ਉਹਨਾਂ ਦੇ ਮਹਿਲ ਮਾਂ ਗੁਜਰੀ, ਉਹਨਾਂ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਕੋਠੇ ਦੀ ਛੱਤ ਤੇ ਖੜੋ ਕੇ ਵੇਖਿਆ ਸੀ। ਜਦੋਂ ਮਾਂ ਗੁਜਰੀ ਨੇ ਆਪਣੇ ਪਤੀ ਨੂੰ ਤੇਗ ਚਲਾਉਂਦਿਆਂ ਵੇਖਿਆ ਸੀ, ਉਸ ਦਿਨ ਤੋਂ ਬਾਅਦ ਮਾਂ ਗੁਜਰੀ ਦਾ ਹੌਸਲਾ ਇੰਨਾ ਬੁਲੰਦ ਹੋਇਆ ਕਿ ਚਾਹੇ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀ ਦੇਣ ਲਈ ਤੁਰੇ, ਚਾਹੇ ਉਹਨਾਂ ਦਾ ਸੀਸ ਆਨੰਦਪੁਰ ਸਾਹਿਬ ਆਇਆ, ਚਾਹੇ ਖਾਲਸੇ ਦੀ ਸਾਜਨਾ ਹੋਈ, ਮਸੰਦਾਂ ਨੇ ਵਿਰੋਧਤਾ ਕੀਤੀ,
ਰਣਜੀਤ ਨਗਾਰਾ ਵੱਜਿਆ, ਪਹਾੜੀ ਰਾਜਿਆਂ ਨੇ, ਮੁਗਲਾਂ ਨੇ ਹਮਲੇ ਕੀਤੇ। ਧਰਮ ਯੁੱਧ ਜਦੋਂ ਲੜੇ ਗਏ ਅਨੰਦਪੁਰ ਸਾਹਿਬ ਤੇ ਆਸ-ਪਾਸ, ਚਾਹੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ, ਸਰਸਾ ਦਾ ਕੰਢਾ ਆਇਆ, ਕੁੰਮੇ ਮਾਸ਼ਕੀ ਦੀ ਛੰਨ, ਗੰਗੂ ਦਾ ਘਰ, ਤੇ ਚਾਹੇ ਮੁਰਿੰਡਾ ਥਾਣਾ, ਚਾਹੇ ਸਰਹੰਦ ਦੀ ਦੀਵਾਰ, ਤੇ ਚਾਹੇ ਠੰਡਾ ਬੁਰਜ, ਮਾਂ ਗੁਜਰੀ ਡੋਲੀ ਨਹੀਂ। ਓੜਕ ਤੱਕ ਉਹਨਾਂ ਦੀ ਜਿਹੜੀ ਪ੍ਰੀਤ ਸੀ ਉਹ ਧਰਮ ਪਰਾਇਣ ਹੋ ਕੇ ਨਿਭੀ ਹੈ। ਤੇ ਮਾਂ ਨਾਨਕੀ ਜਿਨ੍ਹਾਂ ਦੀ ਪਾਵਨ ਕੁੱਖ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਹੁੰਦਾ ਹੈ ਨਾ, ਜਿੱਥੇ ਇਹ ਬਚਨ ਕਹੇ ਨੇ ਕਿ ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਸੱਚਮੁੱਚ ਮਾਤਾ ਨਾਨਕੀ ਇੰਨੀ ਬਹਾਦਰ ਸੋਚ ਵਾਲੇ ਸਨ ਕਿ ਜਦੋਂ ਧੀਰ ਮੱਲ ਨੇ ਛੀਏ ਮਸੰਦ ਦੀ ਸ਼ਹਿ ਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਗੋਲੀ ਚਲਾਈ ਸੀ ਨਾ, ਤੇ ਮਾਂ ਨਾਨਕੀ ਨੇ ਅੱਗੇ ਹੋ ਕੇ ਕਿਹਾ ਸੀ, ਧੀਰ ਮੱਲ ਇਹ ਤੂੰ ਬੜਾ ਨਖਿੱਧ ਕਰਮ ਕੀਤਾ। ਇਹ ਤਾਂ ਇਸ ਤਰ੍ਹਾਂ ਹੋਇਆ ਕਿ ਜਿਵੇਂ ਕੋਈ ਬੰਦਾ ਆਪਣੇ ਹੱਥੀ ਖੁਦ ਜ਼ਹਿਰ ਪੀ ਕੇ ਮਰ ਗਿਆ ਹੋਵੇ। ਅਬ ਜਬਰੀ ਕਰ ਆਨ ਪਰੇ ਹੋ, ਜਿਮ ਬਿਖ ਪੀ ਕਰ ਖੁਦ ਮਰੇ ਹੋ। ਇੰਨੀ ਜੁਰਤ ਰੱਖਦੇ ਸਨ ਮਾਤਾ ਨਾਨਕੀ ਜੀ, ਜਿਨ੍ਹਾਂ ਦੀ ਪਾਵਨ ਕੁੱਖ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ ਸੀ। ਜਦੋਂ ਬੜੀ ਬਹਾਦਰੀ ਨਾਲ ਬਾਲਕ ਤਿਆਗ ਮੱਲ ਜੀ ਜੂਝੇ, ਦੁਸ਼ਮਣਾਂ ਦੇ ਆਹੂ ਲਾ ਦਿੱਤੇ, ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਘੁੱਟ ਕੇ ਛਾਤੀ ਨਾਲ ਲਾਇਆ, ਕਹਿਣ ਲੱਗੇ ਇਹ ਤਿਆਗ ਮੱਲ ਨਹੀਂ, ਇਹ ਤੇ ਤੇਗ ਬਹਾਦਰ, ਜਿਹੜਾ ਤੇਗ ਚਲਾਉਣ ਵਿੱਚ ਬਹਾਦਰ। ਅੱਜ ਜੇ ਕਿਤੇ ਜਿਹੜੇ ਲੋਕਾਂ ਨੂੰ ਸ਼ਸਤਰਾਂ ਤੋਂ ਡਰ ਆਉਂਦਾ ਹੈ ਨਾ, ਵੀ ਉਹਨਾਂ ਨੂੰ ਪੁੱਛੀਏ ਵੀ ਤੁਸੀਂ 10ਵੇਂ ਪਾਤਸ਼ਾਹ ਦੇ ਸਿੱਖ ਕਿਉਂ ਨਹੀਂ ਬਣਦੇ, ਤੋਂ ਕਹਿਣਗੇ ਵੀ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਹਾਂ, ਕਿਉਂਕਿ 10ਵੇਂ ਪਾਤਸ਼ਾਹ ਨੇ ਸ਼ਸਤਰ ਚਲਾਏ ਨੇ। ਨਹੀਂ, 9ਵੇਂ ਪਾਤਸ਼ਾਹ ਦਾ ਤੇ ਨਾਮ ਹੀ ਤੇਗ ਬਹਾਦਰ ਹੈ, ਤੇਗ ਨਾਲ ਜੁੜਿਆ, ਜਿਹੜਾ ਤੇਗ ਚਲਾਉਣ ਵਿੱਚ ਬਹਾਦਰ, ਜਿਹੜਾ ਗੁਰੂ ਤੇਗ ਸਹਾਰਨ ਵਿੱਚ ਬਹਾਦਰ। 10 ਪਾਤਸ਼ਾਹੀਆਂ ਵਿੱਚੋਂ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਲਕਬ ਤੇਗ ਨਾਲ, ਸ਼ਸਤਰਾਂ ਨਾਲ ਜੁੜਿਆ ਹੋਇਆ। ਤੇ ਗੁਰੂ ਅਰਜਨ ਦੇਵ ਜੀ ਘੋੜ ਸਵਾਰੀ ਵਿੱਚ, ਸ਼ਸਤਰ ਵਿਦਿਆ ਵਿੱਚ ਇੰਨੇ ਨਿਪੁੰਨ ਸਨ ਕਿ ਜਦੋਂ ਮਾਤਾ ਗੰਗਾ ਜੀ ਨੂੰ ਵਿਆਹੁਣ ਵਾਸਤੇ ਮੌ ਸਾਹਿਬ ਗਏ ਤੇ ਪਿੰਡ ਵਾਸੀਆਂ ਨੇ ਇੱਕ ਸ਼ਰਤ ਰੱਖੀ ਕਿ ਸਾਡੇ ਪਿੰਡ ਦੀ ਲੜਕੀ ਨੂੰ ਵਿਆਹ ਕੇ ਉਹ ਲਿਜਾ ਸਕਦਾ ਜਿਹੜਾ ਸ਼ਰਤ ਪੂਰੀ ਕਰੇ। ਉਹਨਾਂ ਨੇ ਡੂੰਘੀਆਂ ਜੜਾਂ ਵਾਲਾ ਦਰਖਤ ਕੱਟ ਕੇ ਉਹਨੂੰ ਉੱਤੋਂ ਘੜ ਕੇ ਕਿਲੇ ਦੀ ਸ਼ੇਪ ਦਿੱਤੀ ਤੇ ਕਿਹਾ, ਘੋੜੇ ਤੇ ਸਵਾਰ ਹੋ ਕੇ ਨੇਜੇ ਨਾਲ ਤੁਸੀਂ ਕਿਲਾ ਪੁੱਟੋਗੇ ਤੇ ਫਿਰ ਸਾਡੇ ਨਗਰ ਦੀ ਲੜਕੀ ਨੂੰ ਵਿਆਹ ਕੇ ਲਿਜਾ ਸਕਦੇ ਹੋ। ਗੁਰੂ ਅਰਜਨ ਦੇਵ ਮਹਾਰਾਜ ਘੋੜੇ ਤੇ ਸਵਾਰ ਹੋਏ, ਹੱਥ ਵਿੱਚ ਨੇਜਾ ਪਕੜਿਆ, ਤੇ ਜਦੋਂ ਪੂਰੇ ਜ਼ੋਰ ਨਾਲ ਨੇਜਾ ਖੋਭਿਆ ਕਿਲੇ ਵਿੱਚ, ਤੇ ਡੂੰਘੀਆਂ ਜੜਾਂ ਵਾਲਾ ਦਰਖਤ ਜੜਾਂ ਸਮੇਤ ਹੀ ਪੁੱਟ ਕੇ ਬਾਹਰ ਰੱਖ ਦਿੱਤਾ। ਏਡਾ ਵੱਡਾ ਝਟਕਾ ਲੱਗਾ ਕਿ ਘੋੜਾ ਪ੍ਰਾਣ ਤੇ ਆ ਗਿਆ। ਹੁਣ ਗੁਰੂ ਅਰਜਨ ਦੇਵ ਜੀ ਘੋੜ ਸਵਾਰ, ਗੁਰੂ ਅਰਜਨ ਦੇਵ ਜੀ ਸ਼ਸਤਰ ਵਿਦਿਆ ਵਿੱਚ ਇੰਨੇ ਨਿਪੁੰਨ। ਕੇਵਲ ਅਸੀਂ ਇਹ ਨਹੀਂ ਕਹਿ ਸਕਦੇ ਵੀ 6ਵੇਂ ਪਾਤਸ਼ਾਹ ਜਾਂ 10ਵੇਂ ਪਾਤਸ਼ਾਹ ਨੇ ਸ਼ਸਤਰ ਚਲਾਏ ਨੇ। ਸ਼ਸਤਰਾਂ ਦੀ ਮਹਿਮਾ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਹੈ। ਗੁਰੂ ਘਰ ਦੇ ਵਿੱਚ ਸੰਤ ਸਿਪਾਹੀ, ਰਾਜ ਜੋਗ, ਮੀਰੀ ਪੀਰੀ ਦਾ ਸ਼ਮੇਲ ਗੁਰੂ ਨਾਨਕ ਸਾਹਿਬ ਜੀ ਤੋਂ ਹੈ। ਔਰ ਜਦੋਂ ਜਦੋਂ ਲੋੜ ਪਈ ਇਹ ਨਿਯਮ ਜਿਹੜੇ ਸਨ ਉਹ ਲਾਗੂ ਕੀਤੇ ਗਏ। ਇਸੇ ਲਈ ਭੱਟ ਸਾਹਿਬਾਨ ਨੇ ਬਚਨ ਕਹੇ ਨੇ, ਕਬ ਕੱਲ ਸੁਜਸ ਗਾਵੋਂ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੇ ਖੁਸ਼ ਹੋਏ ਗੁਰੂ ਹਰਗੋਬਿੰਦ ਸਾਹਿਬ, ਤੇ ਖੁਸ਼ ਹੋ ਕੇ 3 ਬਖਸ਼ਿਸ਼ਾਂ ਕੀਤੀਆਂ ਸਨ। ਇੱਕ ਬਖਸ਼ਿਸ਼ ਪੋਥੀ ਸਾਹਿਬ, ਵੀ ਸਾਡਾ ਇਹ ਹੋਣਹਾਰ ਪੁੱਤਰ ਪੋਥੀ ਸਾਹਿਬ ਵਿੱਚੋਂ ਬਾਣੀ ਪੜ੍ਹ ਕੇ ਲਿਵ ਜੋੜ ਕੇ, ਜੋ ਆਪਣੀ ਉੱਚੀ ਲਿਵ ਹੈ ਨਿਰੰਕਾਰ ਵਾਹਿਗੁਰੂ ਦੇ ਨਾਲ ਜੋੜ ਕੇ ਸੱਚਮੁੱਚ ਆਪਣਾ ਆਪ ਵੀ ਸਫਲ ਬਣਾਵੇਗਾ ਤੇ ਹੋਰਨਾਂ ਦਾ ਜੀਵਨ ਸਫਲ ਬਣਾਉਣ ਵਾਸਤੇ ਇਹ ਪ੍ਰੇਰਣਾ ਕਰੇਗਾ। ਦੂਸਰੀ ਬਖਸ਼ਿਸ਼ ਕੀਤੀ ਸੀ, ਇੱਕ ਰੁਮਾਲ ਦਿੱਤਾ। ਤੀਸਰੀ ਬਖਸ਼ਿਸ਼ ਕਟਾਰ ਸ਼ਸਤਰ ਬਖਸ਼ਿਸ਼ ਕੀਤਾ। ਇਹ ਸਾਰੀਆਂ ਬਖਸ਼ਿਸ਼ਾਂ ਬੀਜ ਮਾਤਰ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨਾਂ ਨੂੰ ਇੰਨਾ ਵਧਾਇਆ ਕਿ ਰੁਮਾਲ ਤਾਂ ਬਣ ਗਿਆ ਧਰਮ ਦੀ ਚਾਦਰ। ਵੇਖੋ, ਰੁਮਾਲ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ਿਸ਼ ਰੂਪ ਵਿੱਚ ਦਿੱਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨੂੰ ਇੰਨਾ ਵਧਾਇਆ ਕਿ ਉਹ ਧਰਮ ਦੀ ਚਾਦਰ ਬਣ ਗਿਆ। ਕਟਾਰ ਬਣ ਗਈ ਤੇਗ, ਤੇ ਸੱਚਮੁੱਚ ਪੋਥੀ ਸਾਹਿਬ ਤੋਂ ਬਾਣੀ ਪੜ੍ਹ ਕੇ ਲਿਵ ਜੋੜ ਕੇ 59 ਸ਼ਬਦ ਤੇ 57 ਸ਼ਲੋਕ ਉਚਾਰਨ ਕੀਤੇ, ਸਾਨੂੰ ਬਖਸ਼ਿਸ਼ ਕੀਤੀ ਗੁਰੂ ਕੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਜੀ।
ਅੱਜ ਵੀ ਸਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਕਈ ਕਹਿੰਦੇ ਨੇ ਵੇਖੋ ਜੀ ਮੇਰੀ ਕਿਸਮਤ ਗਲ ਗਈ ਆ, ਮੇਰੇ ਭਾਗਾਂ ਵਿੱਚ ਕੁਝ ਨਹੀਂ। ਨਹੀਂ, ਹਰ ਇੱਕ ਦੇ ਭਾਗਾਂ ਵਿੱਚ ਬੀਜ ਮਾਤਰ ਬਖਸ਼ਿਸ਼ ਹੈ। ਪਰ ਜੇ ਬੀਜ ਆਪਾਂ ਬੀਜਾਂਗੇ ਨਹੀਂ ਤੇ ਬੀਜ ਘਰ ਵਿੱਚ ਪਿਆ ਜਾਂ ਤਾਂ ਘੁਣ ਲੱਗ ਕੇ ਕੀੜਾ ਲੱਗ ਕੇ ਉਹ ਖਤਮ ਹੋ ਜਾਂਦਾ, ਜਾਂ ਲੋਕੀ ਉਹਨੂੰ ਚੱਕੀ ਤੇ ਭੇਜ ਕੇ ਉਹਦਾ ਆਟਾ ਪਿਸਾ ਕੇ ਰੋਟੀਆਂ ਪਕਾ ਕੇ ਖਾ ਜਾਂਦੇ ਨੇ। ਬੀਜ ਉਹੀਓ ਫਲ ਤੱਕ ਪਹੁੰਚਦਾ ਜਿਹੜਾ ਆਪਣਾ ਆਪ ਮਿੱਟੀ ਵਿੱਚ ਮਿਲਾ ਕੇ ਆਪਣਾ ਆਪ ਬੀਜੇ। ਅਸੀਂ ਕਹਿੰਦੇ ਆ ਸਾਡੇ ਭਾਗਾਂ ਵਿੱਚ ਨਹੀਂ, ਸਾਡੇ ਭਾਗਾਂ ਵਿੱਚ ਬੀਜ ਮਾਤਰ ਬਖਸ਼ਿਸ਼ ਹੈ। ਪਰ ਜਿਨ੍ਹਾਂ ਨੂੰ ਸਤਿਗੁਰੂ ਦੀ ਧਰਮ ਰੂਪੀ ਧਰਤੀ ਮਿਲ ਗਈ, ਉਹ ਬੀਜ ਤੋਂ ਲੈ ਕੇ ਫਲ ਤੱਕ ਪਹੁੰਚ ਗਏ। ਤੇ ਜਿਹੜੇ ਬਣ ਗਏ ਵਕਾਰੀ, ਜੁਵਾਰੀ, ਨਸ਼ਈ, ਵਸ਼ਈ, ਉਹਨਾਂ ਨੂੰ ਕਲਰਾਠੀ ਮਾਰੂ ਧਰਤੀ ਮਿਲ ਗਈ ਤੇ ਉਹਨਾਂ ਦੀ ਬੀਜ ਮਾਤਰ ਬਖਸ਼ਿਸ਼ ਉੱਥੇ ਗਲ ਸੜ ਕੇ ਖਤਮ ਹੋ ਗਈ। ਬਖਸ਼ਿਸ਼ ਹਰ ਇੱਕ ਤੇ ਹੈ। ਸਭਨਾ ਲਿਖਿਆ ਵੁੜੀ ਕਲਾਮ, ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀੜੇ ਪਾਸ। ਬੀਜ ਮਾਤਰ ਸਾਡੇ ਸਾਰਿਆਂ ਤੇ ਕਿਰਪਾ, ਪਰ ਉਸ ਕਿਰਪਾ ਨੂੰ ਫਲ ਤੱਕ ਕਿਵੇਂ ਪਹੁੰਚਾਉਣਾ, ਇਹ ਅਧਿਕਾਰ ਸਤਿਗੁਰਾਂ ਨੇ ਮਨੁੱਖ ਨੂੰ ਦਿੱਤੇ। ਇਹ ਸੁਤੰਤਰਤਾ ਮਨੁੱਖ ਨੂੰ ਦਿੱਤੀ ਵੀ ਤੂੰ ਬੀਜ ਖਾ ਸਕਦਾ, ਤੂੰ ਬੀਜ ਫਲ ਤੱਕ ਪਹੁੰਚਾ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ 3 ਬਖਸ਼ਿਸ਼ਾਂ ਬੀਜ ਮਾਤਰ ਹੋਈਆਂ ਤੇ ਉਹਨਾਂ ਨੇ ਇੰਨਾ ਵਧਾਇਆ ਕਿ ਉਹ ਫਲ ਤੱਕ ਪਹੁੰਚ ਗਈਆਂ। ਜਦੋਂ ਅਸੀਂ ਧਰਮ ਦੀ ਚਾਦਰ ਦੀ ਗੱਲ ਕਰਦੇ ਹਾਂ, ਇਹ ਠੀਕ ਹੈ ਕਿ ਉਸ ਵੇਲੇ ਦਾ ਲੋੜਵੰਦ ਮਜਲੂਮ ਹਿੰਦੂ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਇਹ ਪੱਕਾ ਹੀ ਹੈ, ਜੇ ਲੋੜਵੰਦ ਈਸਾਈ ਹੁੰਦਾ ਤੇ ਸਤਿਗੁਰੂ ਜੀ ਨੂੰ ਈਸਾਈਅਤ ਦੀ ਚਾਦਰ ਕਿਹਾ ਜਾਣਾ ਸੀ। ਜੇ ਕਿਤੇ ਲੋੜਵੰਦ ਮੁਸਲਮਾਨ ਹੁੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਦੀ ਚਾਦਰ ਕਿਹਾ ਜਾਣਾ ਸੀ। ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ ਤਾਂ ਕਿਹਾ ਜਾਂਦਾ ਕਿਉਂਕਿ ਮਜਲੂਮ ਲੋੜਵੰਦ ਉਸ ਵੇਲੇ ਦਾ ਹਿੰਦੂ ਸੀ। ਪਰ ਸਤਿਗੁਰੂ ਜੀ ਕੇਵਲ ਹਿੰਦ ਦੀ ਚਾਦਰ ਨਹੀਂ, ਉਹ ਮਨੁੱਖਤਾ ਦੀ ਚਾਦਰ ਨੇ, ਉਹ ਧਰਮ ਦੀ ਚਾਦਰ ਨੇ, ਉਹ ਸ੍ਰਿਸ਼ਟੀ ਦੀ ਚਾਦਰ ਨੇ। ਸਤਿਗੁਰਾਂ ਦੇ ਸਮਕਾਲੀ ਕਵੀ, ਜਿਨ੍ਹਾਂ ਨੂੰ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀਆਂ ਵਿੱਚ ਵੀ ਸਤਿਕਾਰਯੋਗ ਥਾਂ ਮਿਲਿਆ, ਕਵੀ ਸੈਨਾਪਤੀ, ਜਿਹੜੇ ਬਾਲਕ ਗੋਬਿੰਦ ਰਾਏ ਜੀ ਦੇ ਖਿਡਾਵਾ ਵੀ ਸਨ, ਉਹਨਾਂ ਨੇ ਗੁਰੂ ਸ਼ੋਭਾ ਗ੍ਰੰਥ ਲਿਖਿਆ। ਤੇ ਭਾਈ ਸੈਨਾਪਤੀ ਕਵੀ ਨੇ ਗੁਰੂ ਸ਼ੋਭਾ ਗ੍ਰੰਥ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਧਰਮ ਦੀ ਚਾਦਰ, ਸ੍ਰਿਸ਼ਟੀ ਦੀ ਚਾਦਰ, ਮਨੁੱਖਤਾ ਦੀ ਚਾਦਰ ਕਿਹਾ, ਮਜਲੂਮਾਂ ਦੀ ਚਾਦਰ ਕਿਹਾ, ਕਿਉਂਕਿ ਕੇਵਲ ਇੱਕ ਹਿੱਸੇ ਨਾਲ ਆਪਾਂ ਨਹੀਂ ਜੋੜ ਸਕਦੇ। ਉਹ ਮਜਲੂਮ ਆਇਆ ਸੀ ਤੇ ਮਜਲੂਮ ਦੀ ਰੱਖਿਆ ਕੀਤੀ ਸੀ। ਗੁਰੂ ਘਰ ਹਰ ਵੇਲੇ ਮਜਲੂਮਾਂ ਨਾਲ ਖੜਾ ਹੈ। ਜਦੋਂ ਕਵੀ ਸੈਨਾਪਤੀ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ ਗੁਰੂ ਸ਼ੋਭਾ ਵਿੱਚ, ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਰਮ ਧਰਮ ਕੀ ਜਿਨ ਪਤ ਰਾਖੀ ਅਟਲ ਕਰੀ ਕਲ ਯੁਗ ਮੈਂ ਸਾਖੀ, ਸਗਲ ਸ੍ਰਿਸ਼ਟ ਜਾਂਕਾ ਜਸ ਭਇਓ ਜੇ ਤੇ ਸਰਬ ਧਰਮ ਬਚਾਇਓ। ਧਰਮ ਦਾ ਬਚਾਅ ਹੋਇਆ, ਮਨੁੱਖਤਾ ਦਾ ਬਚਾਅ ਹੋਇਆ, ਇਨਸਾਨੀਅਤ ਦਾ ਬਚਾਅ ਹੋਇਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਦੀ ਚਾਦਰ ਬਣੇ। ਇਸੇ ਕਰਕੇ ਕਿਸੇ ਕਵੀ ਨੇ ਲਿਖਿਆ, ਸਤਿਗੁਰ ਤੇਗ ਬਹਾਦਰ ਦੇ ਬਾਝ ਹਿੰਦ ਤੇ, ਚਾਦਰ ਕਿਸੇ ਕੀ ਪ੍ਰੇਮ ਦੀ ਤਾਨਣੀਏ, ਉਸ ਪਿਆਰੇ ਸਤਿਗੁਰੂ ਦਾ ਸੀਸ ਤੱਕ ਕੇ ਸੀਨਾ ਹੋ ਰਿਹਾ ਛਾਨਣੀ ਛਾਨਣੀਏ, ਕਰਨੀ ਵਾਲੇ ਦੀ ਕਰਨੀ ਦੀ ਮਿਹਰਬਾਨੀ, ਪਰਲੋ ਤੀਕ ਸੰਸਾਰ ਨੇ ਜਾਣਣੀਏ। ਕੋਈ ਚਾਨਣ ਅੱਜ ਵੀ ਉਹਦਾ ਸੰਸਾਰ ਅੰਦਰ ਜਿਹਦੀ ਚਾਂਦਨੀ ਚੌਂਕ ਵਿੱਚ ਚਾਨਣੀ ਹੈ। ਸਤਿਗੁਰ ਤੇਗ ਬਹਾਦਰ ਦਿੰਦੇ ਨਾ ਸੀਸ, ਜੇਕਰ ਹੁੰਦਾ ਹਿੰਦ ਵਿੱਚ ਕੁਝ ਦਾ ਕੁਝ ਜਾਂਦਾ। ਜੋ ਅੱਜ ਅਸੀਂ ਇੱਥੋਂ ਦੀ ਸੰਸਕ੍ਰਿਤੀ ਵੇਖ ਰਹੇ ਹਾਂ ਨਾ, ਜੇ ਕਿਤੇ ਮਾਂ ਗੁਜਰੀ ਆਪਣੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾ ਭੇਜਦੇ, ਜੇ ਬਾਲਕ ਗੋਬਿੰਦ ਰਾਏ ਜੀ ਆਪਣੇ ਪੂਜਨਿਕ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹਾਦਤ ਦੇਣ ਲਈ ਨਾ ਭੇਜਦੇ, ਜੇ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਦੇਣ ਲਈ ਨਾ ਜਾਂਦੇ, ਤੇ ਆ ਜਿਹੜੀ ਸੰਸਕ੍ਰਿਤੀ ਨਾ ਔਰੰਗਜ਼ੇਬ ਨੇ ਖਤਮ ਕਰ ਦੇਣੀ ਸੀ। ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਛਾਏ ਜਾਤੀ ਏਕਤਾ ਅਨੇਕਤਾ ਵਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ ਦੇਵੀ ਦੇਵਾ ਦੇਹੁਰਾ, ਸੰਤੋਖ ਸਿੰਘਾ ਦੂਰ ਹੋਤੇ
ਮਿਟ ਜਾਤੀ ਰੀਤ ਕਥਾ ਬੇਦਨ ਪੁਰਾਨ ਕੀ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਵਨ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਬਾਲਕ ਗੋਬਿੰਦ ਰਾਏ ਜੀ ਦੀ ਉਮਰ ਉਦੋਂ 9 ਸਾਲ ਦੀ ਸੀ, ਤੇ 9 ਸਾਲ ਦੇ ਬਾਲਕ ਨੂੰ ਜਦੋਂ ਆਪਾਂ ਵੇਖਦੇ ਆ ਨਾ, ਜਦੋਂ ਘਰ ਤੋਂ ਪਿਤਾ ਤੁਰਦਾ ਤੇ ਛੋਟਾ ਜਿਹਾ ਬੱਚਾ ਆ ਕੇ ਲੱਤਾਂ ਨੂੰ ਚਿੰਬੜ ਜਾਂਦਾ, ਕਹਿੰਦਾ ਪਾਪਾ ਕਿੱਧਰ ਚੱਲਿਆ, ਕਦੋਂ ਆਵੇਂਗਾ? ਤੇ ਉਹਨੂੰ ਕਹਿ ਕੇ ਪਰੇ ਕਰੀਦਾ ਵੀ ਰਾਤ ਨੂੰ ਆ ਜਾਵਾਂਗੇ, ਕੱਲ ਨੂੰ, ਹਫਤੇ ਨੂੰ, ਮਹੀਨੇ ਨੂੰ। ਤੇ ਬਾਲਕ ਗੋਬਿੰਦ ਰਾਏ ਨੂੰ ਪਤਾ ਸੀ ਜਿੱਧਰ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਚੱਲੇ ਉਧਰੋਂ ਇਹਨਾਂ ਵਾਪਸ ਨਹੀਂ ਆਉਣਾ। ਜੇ ਅੱਗੇ ਹੋ ਕੇ ਕਦਮਾਂ ਨੂੰ ਰੋਕ ਲੈਂਦੇ, ਪਿਤਾ ਜੀ ਤੁਸੀਂ ਸ਼ਹੀਦ ਹੋ ਗਏ, ਮੈਂ ਯਤੀਮ ਹੋ ਜਾਵਾਂਗਾ। ਪਰ ਬਾਲਕ ਗੋਬਿੰਦ ਰਾਏ ਨੂੰ ਪਤਾ ਸੀ ਕਿ ਜੇ ਮੈਂ ਆਪਣੇ ਆਪ ਨੂੰ ਯਤੀਮ ਹੋਣ ਤੋਂ ਬਚਾਇਆ ਤੇ ਕੱਲ ਨੂੰ ਔਰੰਗਜ਼ੇਬ ਨੇ ਲੱਖਾਂ ਬੱਚੇ ਯਤੀਮ ਕਰ ਦੇਣੇ ਨੇ। ਜੇ ਚਾਹੁੰਦੇ ਮਾਂ ਗੁਜਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕਰ ਸਕਦੇ ਸਨ ਕਿ ਇਹ ਭਾਰਤ ਹੈ, ਇੱਥੇ ਤੇ ਲੋਕੀ ਭੁੱਖੇ ਰਹਿ ਰਹਿ ਕੇ ਆਪਣੇ ਸੁਹਾਗ ਦੀ ਸਲਾਮਤੀ ਮੰਗਦੇ ਨੇ, ਇੱਥੇ ਤੇ ਅਸੀਸਾਂ ਦਿੱਤੀਆਂ ਜਾਂਦੀਆਂ ਸਦਾ ਸੁਹਾਗਣ ਰਹਿਣ ਦੀਆਂ। ਜੇ ਤੁਸੀਂ ਸ਼ਹਾਦਤ ਦੇ ਦਿੱਤੀ ਤੇ ਮੇਰੇ ਸੁਹਾਗ ਦਾ ਕੀ ਬਣੇਗਾ? ਪਰ ਧੰਨ ਹੈ ਮਾਂ ਗੁਜਰੀ। ਮੈਂ ਕਹਿੰਦਾ ਮਾਤਾ ਗੁਜਰੀ ਦਾ ਬਦਲ ਕੋਈ ਨਹੀਂ, ਮਾਤਾ ਗੁਜਰੀ ਵਰਗੀ ਮਾਤਾ ਕੋਈ ਨਹੀਂ। ਮਾਂ ਗੁਜਰੀ ਨੂੰ ਪਤਾ ਸੀ ਜੇ ਮੈਂ ਆਪਣਾ ਸੁਹਾਗ ਬਚਾਇਆ ਤੇ ਕੱਲ ਨੂੰ ਔਰੰਗਜ਼ੇਬ ਨੇ ਲੱਖਾਂ ਸੁਹਾਗ ਉਜਾੜ ਦੇਣੇ ਨੇ। ਇੱਕੋ ਹੀ ਮਾਤਾ ਹੋਈ ਜਿਹੜੇ ਹਿੰਦੂ ਬੀਬੀਆਂ ਦੇ ਲੱਖਾਂ ਸੁਹਾਗ ਬਚਾ ਗਏ। ਸਵੇਰੇ ਉੱਠ ਕੇ ਉਸ ਮਾਤਾ ਨੂੰ ਨਮਸਕਾਰ ਕਰੀਏ ਜਿਹਦੀ ਬਦੌਲਤ ਜਿਨੇ ਆਪਣਾ ਸੁਹਾਗ ਕੁਰਬਾਨ ਕਰਕੇ ਲੱਖਾਂ ਸੁਹਾਗ ਜਿਹੜੇ ਸੀ ਉਜੜਨ ਤੋਂ ਬਚਾ ਲਏ। ਤੇ ਸੱਚ ਇਹ ਵੇ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਮਜਲੂਮਾਂ ਦੀ ਰਾਖੀ ਨਾ ਕਰਦੇ ਤੇ ਅੱਜ ਜੋ ਕੁਝ ਸਾਨੂੰ ਭਾਰਤ ਵਿੱਚ ਦਿਸ ਰਿਹਾ, ਇਹ ਸੰਸਕ੍ਰਿਤੀ ਦਿਸਦੀ ਨਾ। ਜਦੋਂ ਕਿਤੇ ਦਿੱਲੀ ਜਾਓ ਤੇ ਵੇਖੋ ਤੁਸੀਂ ਲਾਲ ਕਿਲੇ ਤੇ ਦੇਸ਼ ਦੀ ਆਜ਼ਾਦੀ ਦਾ ਪ੍ਰਤੀਕ ਜਿਹੜਾ ਝੰਡਾ ਝੁਲਦਾ ਹੈ, ਤਿਰੰਗਾ, ਉਹ ਕਿਹਦੀ ਬਦੌਲਤ ਹੈ? ਬਿਲਕੁਲ ਸਾਹਮਣੇ ਗੁਰਦੁਆਰਾ ਸੀਸਗੰਜ ਸਾਹਿਬ, ਜਿੱਥੇ ਸਿੱਖੀ ਦਾ ਨਿਸ਼ਾਨ ਸਾਹਿਬ ਝੁੱਲ ਰਿਹਾ। ਜੇ ਗੁਰੂ ਤੇਗ ਬਹਾਦਰ ਸਾਹਿਬ ਸੀਸਗੰਜ ਵਿਖੇ ਚਾਂਦਨੀ ਚੌਂਕ ਵਿਖੇ ਸੀਸ ਨਾ ਕਟਾਉਂਦੇ ਤੇ ਮੁਗਲਾਂ ਨੇ ਕਿਤੇ ਦੇਸ਼ ਆਜ਼ਾਦ ਕਰਨਾ ਸੀ? ਕਿਉਂਕਿ ਤਬ ਤੇ ਘਟੀ ਪਾਤਸ਼ਾਹੀ ਦਿੱਲੀ, ਤਬ ਤੇ ਤੁਰਕ ਕਲਾ ਪਈ ਢਿੱਲੀ, ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ। ਜੇ ਪਾਰਲੀਮੈਂਟ ਤੇ ਤੁਸੀਂ ਤਿਰੰਗਾ ਝੰਡਾ ਝੁਲਦਾ ਵੇਖਦੇ ਹੋ ਤੇ ਸਾਹਮਣੇ ਰਕਾਬਗੰਜ ਸਾਹਿਬ ਦਾ ਨਿਸ਼ਾਨ ਸਾਹਿਬ ਝੁਲਦਾ ਵੇਖਿਓ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਇਹ ਕੁਰਬਾਨੀ ਨਾ ਕਰਦੇ ਤੇ ਇਹਨਾਂ ਦੋਵਾਂ ਥਾਵਾਂ ਤੇ ਦੇਸ਼ ਦੀ ਆਜ਼ਾਦੀ ਦੇ ਝੰਡੇ ਨਹੀਂ ਸਨ ਝੁਲਣੇ। ਇਹ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਤਾਪ ਹੈ ਜਿਨ੍ਹਾਂ ਨੇ ਇਥੋਂ ਦੇ ਰਾਸ਼ਟਰ ਨੂੰ, ਇਥੋਂ ਦੀ ਸੰਸਕ੍ਰਿਤੀ ਨੂੰ ਬਚਾਇਆ। ਜਦੋਂ ਅਸੀਂ ਚਾਦਰ ਦੀ ਗੱਲ ਕਰਦੇ ਹਾਂ ਨਾ ਤੇ ਚਾਦਰ ਕਹਿ ਕੇ ਆਪਾਂ ਅੱਗੇ ਤੁਰ ਜਾਂਦੇ ਆ, ਬੜਾ ਸੌਖਾ ਹੈ ਕਿਉਂਕਿ ਜਿਹੜੇ ਬਾਕੀ ਕੱਪੜੇ ਨੇ ਨਾ ਉਹ ਅੱਧਾ ਅੱਧਾ ਸਰੀਰ ਢੱਕਦੇ ਨੇ। ਜੇ ਕਿਸੇ ਨੇ ਕੁੜਤਾ ਪਜਾਮਾ ਪਾਇਆ ਹੋਵੇ ਤੇ ਕੁੜਤਾ ਅੱਧਾ ਸਰੀਰ ਢੱਕਦਾ, ਪਜਾਮਾ ਅੱਧਾ ਸਰੀਰ ਢੱਕਦਾ, ਪਰ ਜਿਹੜੀ ਚਾਦਰ ਹੈ ਨਾ ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਬੰਦੇ ਨੂੰ ਢੱਕਦੀ ਹੈ। ਜਦੋਂ ਔਰੰਗਜ਼ੇਬ ਨੇ ਤੁਹਾਈਆ ਕੀਤਾ ਸੀ ਵੀ ਮੈਂ ਇਥੋਂ ਦੇ ਲੋਕਾਂ ਨੂੰ ਨੰਗਿਆਂ ਕਰ ਦੇਣਾ, ਬੇਪਰਦ ਕਰ ਦੇਣਾ, ਤੇ ਜਦੋਂ ਕਸ਼ਮੀਰੀ ਪੰਡਤਾਂ ਨੇ ਆ ਕੇ ਬੇਨਤੀ ਕੀਤੀ ਸੀ ਹਾਥ ਜੋਰ ਕਯੋ ਕਿਰਪਾ ਰਾਮ, ਦਤ ਬ੍ਰਾਹਮਣ ਮਟਨ ਗ੍ਰਾਮ, ਹੇ ਗੁਰ ਤੇਗ ਬਹਾਦਰ ਰਾਈ, ਹਮਰੋ ਬਲ ਅਬ ਰਿਓ ਨ ਕਾਈ, ਗੱਜ ਕੇ ਬੰਧਨ ਕਾਟਨ ਹਾਰੇ, ਤੁਮ ਗੁਰ ਨਾਨਕ ਹੋ ਅਵਤਾਰੇ, ਬਾਹ ਅਸਾਡੀ ਪਕੜੀਐ ਹਰ ਗੋਬਿੰਦ ਕੇ ਨੰਦ। ਤੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਮੇਰਾ ਬਿਰਦੀ ਇਹ ਹੈ, ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋਡੀਐ, ਬਾਹਾਂ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ, ਬਾਹਾਂ ਨਾ ਛੋਡੀਐ। ਸਿਰ ਦੇ ਦਿੱਤਾ ਪਰ ਜੇ ਕਸ਼ਮੀਰੀ ਪੰਡਤਾਂ ਦੀ ਬਾਹ ਪਕੜ ਲਈ ਤੇ ਉਹਨਾਂ ਨੂੰ ਨੰਗਿਆ ਨਾ ਹੋਣ ਦਿੱਤਾ। ਕਹਿਣ ਲੱਗੇ ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਮੈਂ ਆਪਣੇ ਤਨ ਦੀ ਚਾਦਰ ਪਾ ਕੇ ਤੁਹਾਨੂੰ ਢੱਕ ਲਵਾਂਗਾ। ਨੰਗੇ ਹੋਣ ਦਾ ਮਤਲਬ ਜਦੋਂ ਲੋਕਾਂ ਦੀ ਸੰਸਕ੍ਰਿਤੀ ਖਤਮ ਹੋ ਜਾਵੇ, ਲੋਕਾਂ ਦਾ ਧਰਮ ਕਰਮ ਖਤਮ ਹੋ ਜਾਵੇ
ਤੇ ਸੱਚਮੁੱਚ ਕਸ਼ਮੀਰੀ ਪੰਡਤਾਂ ਨੇ ਕਿਹਾ ਸੀ, ਸਤਿਗੁਰੂ ਸਾਡੀ ਧੋਤੀ ਨੂੰ ਖਤਰਾ, ਸਾਡੀ ਬੋਦੀ ਨੂੰ ਖਤਰਾ, ਸਾਡਾ ਧਰਮ ਖਤਰੇ ਵਿੱਚ, ਸਾਡਾ ਕਰਮ ਖਤਰੇ ਵਿੱਚ, ਸਾਨੂੰ ਬੇਪਤ ਹੋਣ ਤੋਂ ਬਚਾ ਲਵੋ। ਤੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਚਾਦਰ ਬਣ ਕੇ ਉਹਨਾਂ ਦਾ ਪਰਦਾ ਕੱਜ ਗਏ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ, ਦੁਨੀਆ ਦੇ ਲੋਕੋ, ਚਾਦਰ ਕਹਿਣਾ ਸੌਖਾ ਹੈ, ਪਰ ਚਾਦਰ ਕਿੱਡੇ ਵੱਡੇ ਸੰਘਰਸ਼ ਤੋਂ ਬਾਅਦ ਬਣਦੀ ਹੈ। ਆ ਜਿਹੜਾ ਕਪਾਹ ਦਾ ਬੀਜ ਆ ਨਾ ਵੜੇਵੇਂ, ਸਭ ਤੋਂ ਪਹਿਲਾਂ ਵੇਖੋ ਉਹਨੂੰ ਮਿੱਟੀ ਵਿੱਚ ਬੀਜਿਆ ਜਾਂਦਾ ਹੈ, ਫਿਰ ਉਹਦਾ ਬੂਟਾ ਬਣਦਾ, ਉਸ ਬੂਟੇ ਨੂੰ ਟਿੰਡੇ ਲੱਗਦੇ ਨੇ, ਟਿੰਡਿਆਂ ਦਾ ਮੂੰਹ ਫੁੱਟਦਾ, ਉਹਦੇ ਵਿੱਚ ਰੂਹ ਪੈਦਾ ਹੁੰਦਾ, ਉਸ ਰੂਹ ਨੂੰ ਚੁਗਿਆ ਜਾਂਦਾ, ਉਹਨੂੰ ਪਿੰਜਿਆ ਜਾਂਦਾ, ਵੇਲਿਆ ਜਾਂਦਾ, ਉਹਨੂੰ ਧੋ ਕੇ ਪਾ ਦਿੱਤੀ ਜਾਂਦੀ ਹੈ, ਫਿਰ ਉਹਨੂੰ ਕੱਤਿਆ ਜਾਂਦਾ, ਫਿਰ ਰੰਗ ਦੇ ਕੇ ਉਹਨੂੰ ਜਦੋਂ ਰੰਗ ਚੜਾਇਆ ਜਾਂਦਾ ਤੇ ਕੈਂਚੀ ਨਾਲ ਕੱਟ ਕੇ, ਸੂਈ ਧਾਗੇ ਨਾਲ ਸਿਉਂ ਕੇ, ਏਡੇ ਵੱਡੇ ਸੰਘਰਸ਼ ਤੋਂ ਬਾਅਦ ਫਿਰ ਜਾ ਕੇ ਉਹ ਚਾਦਰ ਬਣਦਾ ਤੇ ਉਹ ਚਾਦਰ ਕੇਵਲ ਇੱਕ ਦਾ ਪਰਦਾ ਕੱਜਦੀ ਹੈ। ਤੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਚਾਦਰ ਬਣਨਾ ਸੀ, ਮਨੁੱਖਤਾ ਦੀ ਚਾਦਰ ਬਣਨਾ ਸੀ, ਕਿੱਡੇ ਵੱਡੇ ਸੰਘਰਸ਼ ਦੀ ਲੋੜ ਸੀ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ, ਹੋਏ ਵੜੇਵਾਂ ਜੱਗ ਵਿੱਚ, ਤਨ ਬੀਜੈ ਖੇ ਨਾਲ ਰਲਾਇਆ, ਬੂਟੀ ਹੋਏ ਕਪਾਹ ਦੀ, ਹੱਸ ਹੱਸ ਟਿੰਡੇ ਆਪ ਖੜਾਇਆ, ਦੋ ਮਿਲ ਵੇਲਣ ਵੇਲਿਆ, ਲੂਨੂ ਕਰਕੇ ਤੁੰਬ ਤਮਾਇਆ, ਪਿੰਜਣ ਪਿੰਜ ਪੰਜਾਇਆ, ਕਰ ਕਰ ਗੋੜੀ ਸੂਤ ਕਤਾਇਆ। ਕਹਿੰਦੇ ਕੈਂਚੀ ਕੱਟਣ ਕੱਟਿਆ, ਸੂਈ ਧਾਗੇ ਜੋੜ ਸਵਾਇਆ, ਤੇ ਫਿਰ ਜਾ ਕੇ ਲੱਜਣ ਕੱਜਣ ਹੋਏ ਕਜਾਇਆ। ਫਿਰ ਉਹ ਕਿਸੇ ਦੀ ਮਾਨੋ ਪਰਦਾ ਕਿਸੇ ਦੀ ਪੱਤ ਨੂੰ ਕੱਜਦਾ ਜਦੋਂ ਉਹ ਚਾਦਰ ਬਣਦਾ। ਦੂਸਰਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਨੇ ਪੋਥੀ ਸਾਹਿਬ ਨਾਲ ਲਿਵ ਜੋੜ ਕੇ ਜਿੱਥੇ ਗੁਰੂ ਕੀ ਬਾਣੀ ਨੂੰ ਪੜਿਆ ਵਿਚਾਰਿਆ, ਉੱਥੇ 59 ਸ਼ਬਦ 57 ਸ਼ਲੋਕ ਸਾਨੂੰ ਬਖਸ਼ਿਸ਼ ਕੀਤੇ। ਉਹਨਾਂ ਦਾ ਪਹਿਲਾ ਬਚਨ ਹੈ ਵੀ ਜ਼ਿੰਦਗੀ ਵਿੱਚੋਂ ਤਿਆਗਣਾ ਕੀ ਹੈ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਐਨ ਸੁਭਾਗੋ। ਸਾਹਿਬ ਕਹਿੰਦੇ ਐਵੇਂ ਨਾ ਘਰ ਛੱਡੋ, ਬੱਚੇ ਛੱਡੋ, ਕਿਰਤ ਦਾ ਤਿਆਗ ਕਰੋ। ਜੇ ਤਿਆਗਣਾ ਤੇ ਆਪਣੀ ਜ਼ਿੰਦਗੀ ਵਿੱਚੋਂ ਬੁਰਾਈਆਂ ਨੂੰ ਤਿਆਗੋ, ਔਗਣਾਂ ਨੂੰ ਤਿਆਗੋ, ਵਿਕਾਰਾਂ ਨੂੰ ਤਿਆਗੋ। ਹਾਂ, ਜੇ ਲੋੜ ਪਵੇ ਤੇ ਮਜਲੂਮਾਂ ਦੀ ਖਾਤਰ ਆਪਣਾ ਸਰੀਰ ਤੱਕ ਵੀ ਤਿਆਗ ਦਿਓ। ਭਾਰਤ ਵਰਸ਼ ਤਿਆਗੀਆਂ ਨਾਲ, ਸੰਨਿਆਸੀਆਂ ਨਾਲ ਭਰਿਆ ਪਿਆ ਸੀ, ਪਰ ਕਿਸੇ ਨੇ ਪੰਡਤ ਕਿਰਪਾ ਰਾਮ ਨੂੰ ਨਹੀਂ ਸੀ ਕਿਹਾ ਵੀ ਸਾਡਾ ਕਿਹੜਾ ਅੱਗਾ ਪਿੱਛਾ ਕੋਈ ਹੈਗਾ, ਜਾ ਔਰੰਗਜ਼ੇਬ ਨੂੰ ਜਾ ਕੇ ਕਹਿ ਵੀ ਅਸੀਂ ਤੇ ਅੱਗੇ ਤਿਆਗੀ ਆ ਤੇ ਅਸੀਂ ਸਰੀਰ ਤਿਆਗ ਦਿਆਂਗੇ। ਵੇਖੋ, ਘਰ ਤਿਆਗਿਆ ਜਾ ਸਕਦਾ ਹੈ, ਬੱਚੇ ਛੱਡੇ ਜਾ ਸਕਦੇ ਨੇ, ਕਿਰਤ ਤਿਆਗੀ ਜਾ ਸਕਦੀ ਹੈ, ਬੰਦਾ ਸਭ ਕੁਝ ਤਿਆਗ ਸਕਦਾ ਹੈ, ਪਰ ਸਰੀਰ ਤਿਆਗਣਾ ਬੜਾ ਔਖਾ ਹੈ। ਅਸਲ ਤਿਆਗ ਦੱਸਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਰਵੋ ਘਰ ਵਿੱਚ, ਕਰੋ ਕਿਰਤ, ਬੱਚਿਆਂ ਵਿੱਚ ਰਵੋ। ਤੇ ਜੇ ਕਿਸੇ ਮਜਲੂਮ ਦੀ, ਕਿਸੇ ਲੋੜਵੰਦ ਦੀ ਤੁਹਾਨੂੰ ਮਦਦ ਕਰਨ ਵਾਸਤੇ ਅਗਰ ਪ੍ਰਾਣ ਵੀ ਤਿਆਗਣੇ ਪੈਂਦੇ ਨੇ ਤੇ ਤਿਆਗ ਦੇਣੇ ਚਾਹੀਦੇ ਨੇ। ਇਹ ਤਿਆਗ ਗੁਰੂ ਘਰ ਦੇ ਵਿੱਚ ਪ੍ਰਵਾਨ ਹੈ। ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਹਿਲਾ ਬਚਨ ਸਾਧੋ ਮਨ ਕਾ ਮਾਨ ਤਿਆਗੋ, ਤੇ ਫਿਰ ਅਗਲੀ ਗੱਲ ਕਹੀ, ਜਦੋਂ ਹੰਕਾਰ ਛੱਡ ਦਿੱਤਾ, ਔਗਣ ਛੱਡ ਦਿੱਤੇ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਤੇ ਨਾਲ ਬੜੀ ਸਖਤ ਹਦਾਇਤ ਕੀਤੀ। ਸਾਹਿਬ ਕਹਿਣ ਲੱਗੇ, ਅਸੀਂ ਤੁਹਾਡੀ ਰੱਖਿਆ ਕਰ ਸਕਦੇ ਹਾਂ, ਧੋਤੀ ਬੋਦੀ ਨੂੰ, ਕਰਮ ਧਰਮ ਨੂੰ ਬਚਾ ਸਕਦੇ ਹਾਂ, ਪਰ ਸਾਡੀ ਵਿਚਾਰਧਾਰਾ ਤੁਹਾਡੇ ਨਾਲ ਮੇਲ ਨਹੀਂ ਖਾਂਦੀ। ਤੁਹਾਡੀ ਵਿਚਾਰਧਾਰਾ ਘਰ ਛੱਡ ਕੇ ਜੰਗਲਾਂ ਵਿੱਚ ਜਾਓ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਬੜੇ ਸਖਤ ਲਹਿਜੇ ਵਿੱਚ ਕਿਹਾ, ਕਾਹੇ ਰੇ ਬਨ ਖੋਜਨ ਜਾਈ। ਕਾਹਦੇ ਲਈ ਜੰਗਲਾਂ ਵਿੱਚ ਜਾਣਾ ਜਦੋਂ ਘਰ ਵਿੱਚ ਹੀ ਪਰਮਾਤਮਾ ਹੈ, ਘਰ ਵਿੱਚ ਹੀ ਰੰਗ ਲੱਗਾ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਸਾਹਿਬ ਕਹਿਣ ਲੱਗੇ, ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਤੇ ਉਹ ਮੁਕਤ ਪੰਥ ਹੈ ਕੀ, ਤਜ ਅਭਿਮਾਨ ਮੋਹ ਮਾਇਆ, ਫੁਨ ਭਜਨ ਰਾਮ ਚਿਤ ਲਾਵੋ, ਨਾਨਕ ਕਹਿਤ ਮੁਕਤ ਪੰਥ, ਇਹ ਗੁਰਮੁਖ ਹੋਏ ਤੁਮ ਪਾਵੋ। ਸਤਿਗੁਰੂ ਜੀ ਆਪਣੀ ਸ਼ਹਾਦਤ ਦੇਣ ਤੋਂ ਪਹਿਲਾਂ ਧਰਮ ਪ੍ਰਚਾਰ ਲਈ ਤੁਰੇ ਤਾਂ ਕਿ ਸ਼ਹਾਦਤ ਦੇ ਅਰਥਾਂ ਨੂੰ ਸਮਝਾਇਆ ਜਾਵੇ, ਇਥੋਂ ਦੇ ਡੋਲੇ ਹੋਏ ਮਨਾਂ ਨੂੰ ਮਨੋਬਲ ਦਿੱਤਾ ਜਾਵੇ।
ਸਤਿਗੁਰਾਂ ਨੇ ਉਹਨਾਂ ਦੀ ਸੰਸਕ੍ਰਿਤੀ ਮੁਤਾਬਕ ਉਦਾਹਰਨਾਂ ਦਿੱਤੀਆਂ। ਗਰੀਬ ਨਵਾਜ ਨੇ ਧਰੂ ਦੀ ਲਲਕਾਰ ਦਾ ਜ਼ਿਕਰ ਕੀਤਾ, ਪ੍ਰਹਿਲਾਦ ਦੀ ਪੁਕਾਰ ਦਾ ਜ਼ਿਕਰ ਕੀਤਾ, ਤੰਦੂਏ ਤੇ ਹਰਨਾਕਸ਼ਾਂ ਦੀ ਹਾਰ ਦਾ ਜ਼ਿਕਰ ਕੀਤਾ। ਕਹਿੰਦੇ ਜੇ ਰੱਬ ਨਾਲ ਜੁੜ ਜਾਵੋਗੇ ਤੇ ਜ਼ਰੂਰ ਹਰਨਾਕਸ਼ ਹਾਰੇਗਾ, ਪ੍ਰਹਿਲਾਦ ਦੀ ਜਿੱਤ ਹੋਵੇਗੀ। ਕਿਉਂਕਿ ਪ੍ਰਹਿਲਾਦ ਬਿਰਤੀ ਹੈ, ਹਰਨਾਕਸ਼ ਬਿਰਤੀ ਹੈ। ਅੱਜ ਵੀ ਵੇਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 2 ਵਕਤ ਤੇ ਆਵਾਜ਼ ਗੂੰਜਦੀ ਹੈ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹਰਨਾਕਸ਼ ਮਰੇਗਾ, ਪ੍ਰਹਿਲਾਦ ਤਰੇਗਾ। ਧਰੂ ਦੀ ਲਲਕਾਰ ਦਾ ਜ਼ਿਕਰ ਕੀਤਾ, ਗੱਜ ਦੀ ਹਾਥੀ ਦੀ ਪੁਕਾਰ ਦਾ ਜ਼ਿਕਰ ਕੀਤਾ, ਤੰਦੂਏ ਦੀ ਹਾਰ ਦਾ ਜ਼ਿਕਰ ਕੀਤਾ ਕਿ ਤੰਦੂਆ ਹਾਰੇਗਾ ਤੇ ਜਿਹੜਾ ਪੁਕਾਰ ਕਰੇਗਾ ਉਹਦੀ ਜਿੱਤ ਹੋਵੇਗੀ। ਸਾਹਿਬ ਨੇ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਇਹਨਾਂ ਕਿਉਂ ਡੋਲ ਗਏ ਹੋ? ਤੁਸੀਂ ਆਪਣਾ ਮਨੋਬਲ ਉੱਚਾ ਕਰੋ। ਸਾਹਿਬ ਨੇ ਉਦਾਹਰਨਾਂ ਦਿੱਤੀਆਂ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਦਰਿਓ ਗਨਕਾ ਹੂ ਗਤ ਪਾਈ, ਪੰਚਾਲੀ ਕੋ ਰਾਜ ਸਭਾ ਮੈਂ RAM ਨਾਮ ਸੁਧ ਆਈ, ਤਾਂਕੋ ਦੁਖ ਹਰਿਓ ਕਰੁਣਾਮੈ ਆਪਣੀ ਪੈਜ ਵਢਾਈ, ਜਿਹ ਨਰ ਜਸ ਕਿਰਪਾ ਨਿਧ ਗਾਇਓ, ਤਾਂਕੋ ਭਇਓ ਸਹਾਈ, ਕਹੋ ਨਾਨਕ ਮੈਂ ਇਹੀ ਭਰੋਸੈ, ਗਹੀ ਆਨ ਸ਼ਰਨਾਈ। ਸਾਹਿਬ ਕਹਿੰਦੇ ਜਦੋਂ ਬਲ ਮੁੱਕ ਜਾਏ, ਬੰਧਨ ਪੈ ਜਾਂਦੇ ਨੇ, ਉਦੋਂ ਦਿਲ ਨਹੀਂ ਛੱਡਣਾ, ਮਾਲਕ ਅੱਗੇ ਜੋਦੜੀ ਕਰੋ। ਬਲ ਛੁੱਟ ਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਤੇ ਬੇਨਤੀ ਕਰੋ, ਕਹੋ ਨਾਨਕ ਅਬ ਓਟ ਹਰ, ਗੱਜ ਜਿਉ ਹੋ ਸਹਾਏ। ਫਿਰ ਕਹਿੰਦੇ ਮਾਲਕ ਬਲ ਦਿੰਦਾ, ਬਲ ਹੋਆ ਬੰਧਨ ਛੁੱਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੈ ਹਾਥ ਮੈਂ, ਤੁਮ ਹੀ ਹੋਤ ਸਹਾਈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਜਿੱਥੇ ਤਿਆਗ, ਵੈਰਾਗ ਤੇ ਅਨੁਰਾਗ, ਤਿਆਗ ਹੈ ਔਗਣਾਂ ਦਾ, ਵਿਸ਼ੇ ਵਿਕਾਰਾਂ ਦਾ, ਵੈਰਾਗ ਹੈ ਕਿ ਉਸ ਪਰਮਾਤਮਾ ਦੇ ਮਿਲਾਪ ਦੀ ਹਿਰਦੇ ਵਿੱਚ ਤਾਂਗ, ਪਦਾਰਥਾਂ ਦੀ ਕੋਈ ਪਕੜ ਨਹੀਂ, ਜਿਹ ਵਿਖਿਆ ਸਗਲੀ ਤਜੀ, ਲਿਓ ਭੇਖ ਵੈਰਾਗ, ਕਹੋ ਨਾਨਕ ਸੁਨ ਰੇ ਮਨਾ, ਤੇ ਨਰ ਮਾਥੈ ਭਾਗ, ਤੇ ਅਨੁਰਾਗ ਰੇ ਮਨ RAM ਸਿਉ ਕਰ ਪ੍ਰੀਤ। ਇਹ ਰੱਬ ਨਾਲ ਪਿਆਰ ਕਰ, ਇਹ ਅਨੁਰਾਗ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ। ਤੇ ਸਾਹਿਬ ਨੇ ਇੱਕ ਹੌਸਲਾ ਦਿੱਤਾ, ਕਹਿਣ ਲੱਗੇ ਜ਼ਿੰਦਗੀ ਵਿੱਚ ਸਭ ਕੁਝ ਚਲਿਆ ਜਾਏ, ਡੋਲਣਾ ਨਹੀਂ, ਕਿਉਂਕਿ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਸਾਹਿਬ ਜੀ ਨੇ ਬੜਾ ਉੱਚਾ ਮਨੋਬਲ ਚੁੱਕਿਆ ਤੇ ਸੱਚਮੁੱਚ ਆਪਣੀ ਪਾਵਨ ਬਾਣੀ ਦੇ ਰਾਹੀਂ ਡੋਲਦੇ ਹੋਏ ਮਨਾਂ ਨੂੰ ਧਰਵਾਸ ਦਿੱਤਾ ਕਿ ਮਨੁੱਖਾ ਜੀਵਨ ਜਿਹੜਾ ਇਹ ਸਫਲ ਹੋਵੇਗਾ। ਤੁਸੀਂ ਆਪਣੀ ਜ਼ਿੰਦਗੀ ਵਿੱਚ ਮਾਲਕ ਦੇ ਗੁਣ ਗਾਓ, ਜੰਮ ਵੀ ਤੁਹਾਡੇ ਨੇੜੇ ਨਹੀਂ ਆ ਸਕਦਾ। ਜੇਬਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰ ਨਾਮ, ਕਹੋ ਨਾਨਕ ਸੁਨ ਰੇ ਮਨਾ, ਪਰੈ ਨਾ ਜਮ ਕੈ ਧਾਮ। ਕਹਿੰਦੇ ਜੰਮ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਔਰੰਗਜ਼ੇਬ ਤਾਂ ਵੱਖਰੀ ਗੱਲ ਹੈ। ਤੀਸਰੀ ਬਖਸ਼ਿਸ਼ ਕਟਾਰ, ਤੇ ਕਟਾਰ ਨੂੰ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇਗ ਦਾ ਰੂਪ ਦਿੱਤਾ। ਤੇਗ ਚਲਾਉਣ ਵਿੱਚ ਤਾਂ ਬੜੇ ਬਹਾਦਰ ਨੇ, ਪਰ ਜਿਸ ਬਹਾਦਰੀ ਨਾਲ ਚੌਂਕੜਾ ਮਾਰ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਤੇਗ ਸਹਾਰੀ ਹੈ, ਉਹਨਾਂ ਦੀ ਬਹਾਦਰੀ ਦਾ ਬਦਲ ਕੋਈ ਨਹੀਂ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕਹੇ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਬਡੋ ਕਲੂ ਮੈਂ ਸਾਕਾ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਣ। ਆਮੋ ਸਾਹਮਣੇ ਤਲਵਾਰਾਂ ਖੜਕ ਰਹੀਆਂ ਨੇ, ਤਲਵਾਰਾਂ ਚੱਲਦਿਆਂ ਕਿਸੇ ਦਾ ਸਿਰ ਲੱਥ ਜੇ ਵੱਖਰੀ ਗੱਲ ਹੈ, ਪਰ ਚੌਂਕੜੀ ਮਾਰ ਕੇ ਬਹਿ ਜਾਣਾ ਤੇ ਕਹਿਣਾ ਚਲਾ ਤੇਗ, ਕੱਟ ਸਿਰ, ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਹਿੱਸੇ ਵਿੱਚ ਆਇਆ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਚਾਂਦਨੀ ਚੌਂਕ ਵਿੱਚ ਸਨ, ਇਸ ਤੋਂ ਪਹਿਲਾਂ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇੱਕ ਡਰਾਉਣੀ ਹਵੇਲੀ ਵਿੱਚ ਰੱਖਣ ਦਾ ਹੁਕਮ ਦਿੱਤਾ ਵੀ ਹੋ ਸਕਦਾ ਜਦੋਂ ਇਸ ਡਰਾਉਣੀ ਹਵੇਲੀ ਵਿੱਚ ਰਹਿਣਗੇ ਤੇ ਕੱਲ ਨੂੰ ਸਾਡੀ ਗੱਲ ਮੰਨ ਲੈਣ। ਫਿਰ ਗੁਰੂ ਸਾਹਿਬ ਜੀ ਦੇ ਸਿੱਖਾਂ ਨੂੰ ਭਾਈ ਮਤੀ ਦਾਸ ਆਰੇ ਨਾਲ ਚੀਰੇ ਗਏ, ਭਾਈ ਦਿਆਲ ਦਾਸ ਜੀ ਉਹਨਾਂ ਨੂੰ ਵੇਖੋ ਬਿਠਾਇਆ ਗਿਆ ਦੇਗ ਦੇ ਵਿੱਚ, ਤੇ ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਕੇ ਜਿਉਂਦਿਆਂ ਉਹਨਾਂ ਨੂੰ ਸਾੜ ਕੇ ਸ਼ਹੀਦ ਕੀਤਾ ਗਿਆ। ਇਹ ਡਰਾਵੇ ਸਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿ ਸ਼ਾਇਦ ਉਹ ਸਾਡੀ ਗੱਲ ਮੰਨ ਲੈਣ।
ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਵਿਸ਼ਵਾਸ ਤੇ ਅਟਲ ਦ੍ਰਿੜ ਰਹੇ ਤੇ ਫਿਰ ਔਰੰਗਜ਼ੇਬ ਦਾ ਫਰਮਾਨ ਕਾਜੀ ਦੇ ਰਾਹੀਂ ਫਤਵਾ ਬਣ ਕੇ ਆਇਆ, ਕਿਉਂਕਿ ਰਾਜੇ ਮਹਾਰਾਜੇ ਧਾਰਮਿਕ ਲੋਕਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਂਦੇ ਨੇ, ਹੁਕਮ ਉਹਨਾਂ ਦਾ ਆਪਣਾ ਹੁੰਦਾ। ਜਹਾਂਗੀਰ ਵੀ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੰਦਾ ਤੇ ਚੰਦੂ ਦੇ ਹਵਾਲੇ ਕਰਦਾ, ਮੁਰਤਜ਼ਾ ਖਾਨ ਦੇ ਹਵਾਲੇ ਕਰਦਾ। ਤੇ ਹੁਣ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਹੜਾ ਹੁਕਮ ਸੀ ਉਹ ਤਾਂ ਔਰੰਗਜ਼ੇਬ ਦਾ ਸੀ, ਪਰ ਫਤਵੇ ਦੇ ਰੂਪ ਵਿੱਚ ਕਾਜੀ ਦੇ ਰਾਹੀਂ ਪੜ੍ਹ ਕੇ ਸੁਣਾਇਆ ਜਾਣਾ ਸੀ। ਜਲਾਦ ਲਿਸ਼ਕਵੀਂ ਤਲਵਾਰ ਲੈ ਕੇ ਚਾਂਦਨੀ ਚੌਂਕ ਵਿੱਚ ਕਦੀ ਇੱਧਰ ਨੂੰ ਜਾਂਦਾ, ਕਦੀ ਉੱਧਰ ਨੂੰ ਜਾਂਦਾ। ਕਹਿਣ ਲੱਗਾ ਸਤਿਗੁਰੂ ਜੀ ਵੀ ਕਿਤੇ ਇਹ ਨਾ ਸੋਚਿਓ ਵੀ ਤੁਸੀਂ ਨੌਵੇਂ ਪਾਤਸ਼ਾਹ ਉਹ ਗੁਰੂ ਸਾਹਿਬ ਉਹ, ਤੇ ਜਦੋਂ ਮੈਂ ਤਲਵਾਰ ਚਲਾਉਣ ਲੱਗਾਂਗਾ ਮੇਰਾ ਹੱਥ ਕੰਬ ਜਾਵੇਗਾ। ਨਹੀਂ, ਅਸੀਂ ਤਾਂ ਜਲਾਦ, ਸਮਾਣੇ ਦਾ ਰਹਿਣ ਵਾਲਾ ਜਲਾਦ ਜਲਾਲੁਦੀਨ। ਕਹਿਣ ਲੱਗਾ ਮੇਰਾ ਹੱਥ ਨਹੀਂ ਕੰਬਣਾ, ਸਾਡਾ ਤੇ ਪਿਤਾ ਪੁਰਖੀ ਕੰਮ ਹੈ, ਅਸੀਂ ਤਾਂ ਇਹ ਤਲਵਾਰ ਚਲਾਉਣੀ ਆ, ਤੁਹਾਡਾ ਜਿਹੜਾ ਸੀਸ ਹੈ ਤੁਹਾਡੇ ਤੋਂ ਅਸੀਂ ਜੁਦਾ ਕਰਨਾ। ਕਾਜੀ ਕਹਿਣ ਲੱਗਾ ਵੀ ਮਤਾ ਤੁਸੀਂ ਸੋਚਿਓ ਜਦੋਂ ਮੈਂ ਫਤਵਾ ਪੜਾਂਗਾ ਮੇਰੀ ਜ਼ੁਬਾਨ ਰੁਕੇਗੀ, ਨਹੀਂ ਮੇਰਾ ਤੇ ਕੰਮ ਹੈ ਫਤਵੇ ਪੜਨਾ। ਕਾਜੀ ਕੋਲ ਜੱਜ ਦਾ ਅਹੁਦਾ ਹੁੰਦਾ ਸੀ। ਕਹਿਣ ਲੱਗਾ ਮੈਂ ਫਤਵਾ ਜਾਰੀ ਕਰਾਂਗਾ ਤੇ ਉਸ ਫਤਵੇ ਨੂੰ ਲਾਗੂ ਇਹਨਾਂ ਨੂੰ ਕਰਨਾ ਹੀ ਪੈਣਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫਿਰ ਖਿੜ ਖੜਾ ਕੇ ਹੱਸੇ। ਸਾਰੀ ਉਮਰ ਗੰਭੀਰ ਤੇ ਅੱਜ ਚਾਂਦਨੀ ਚੌਂਕ ਵਿਖੇ ਖਿੜ ਖੜਾ ਕੇ ਹੱਸੇ। ਕਹਿਣ ਲੱਗੇ ਫਿਰ ਤੇ ਬੜਾ ਮਜ਼ਾ ਆਵੇਗਾ, ਇੱਕ ਪਿਤਾ ਪੁਰਖੀ ਫਤਵੇ ਪੜਨ ਵਾਲਾ, ਇੱਕ ਪਿਤਾ ਪੁਰਖੀ ਸਿਰ ਕੱਟਣ ਵਾਲਾ, ਤੇ ਇੱਧਰ ਵੀ ਤਾਂ ਪਿਤਾ ਪੁਰਖੀ ਸਿਰ ਕਟਾਉਣ ਵਾਲਾ, ਫਿਰ ਤਾਂ ਗੱਲ ਹੀ ਬੜੀ ਵਧੀਆ। ਜਦੋਂ ਤੇਗ ਲਿਸ਼ਕਵੀਂ ਲੈ ਕੇ ਉਸ ਜਲਾਦ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਰਾਉਣ ਦਾ ਯਤਨ ਕੀਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਮੈਨੂੰ ਕੀ ਡਰਾਉਣਾ? ਇਹ ਤੇਗ ਤਾਂ ਮੈਂ ਛੋਟੇ ਜਿਹੇ ਬਚਪਨ ਅਵਸਥਾ ਦੇ ਵਿੱਚ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਨ ਤੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਹੋਈਆਂ ਵੇਖ ਚੁੱਕਾ। ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਤੇਗ ਖੜਕਾ ਚੁੱਕਾ। ਤੂੰ ਮੈਨੂੰ ਇਹ ਤੇਗ ਦਿਖਾ ਦਿਖਾ ਕੇ ਕੀ ਡਰਾਉਣਾ? ਜਿਹੜੇ ਬਚਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਹੇ, ਕਿਸੇ ਕਵੀ ਨੇ ਆਪਣੀ ਭਾਸ਼ਾ ਵਿੱਚ ਲਿਖੇ। ਸਾਹਿਬ ਕਹਿਣ ਲੱਗੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, 1 2 ਨਹੀਂ ਪਰਖ ਲੈ 100 ਤੇਗਾਂ। ਓਏ ਮੈਨੂੰ ਲਕਬੀ ਤੇਗ ਬਹਾਦਰੀ ਦਾ, ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾਂ। ਮੈਂ ਤੇ ਜੰਮਦਿਆਂ ਤੇਗਾਂ ਦੀ ਸ਼ਾਨ ਮਾਣੀ, ਵੇਖ ਪਿਤਾ ਦੀਆਂ ਪਹਿਨੀਆਂ 2 ਤੇਗਾਂ। ਓਏ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਆ ਪਰਖਦਾ ਤੇਰਾ ਪਿਓ ਤੇਗਾਂ। ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾਂ। ਉਹਦੀ ਟੇਕ ਵਿੱਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲਏਗੀ ਤੇਰੀਆਂ ਖੋਹ ਤੇਗਾਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਂਕ ਵਿਖੇ ਬਿਰਾਜਮਾਨ ਨੇ। ਕਾਜੀ ਨੇ ਫਤਵਾ ਪੜਿਆ। ਕਹਿਣ ਲੱਗੇ 3 ਬਾਤ ਨਿਰਣੈ ਕਰ ਲੀਜੈ, ਲਖੋ ਭਲੀ ਸੋ ਧਾਰਨ ਕੀਜੈ। 3 ਗੱਲਾਂ ਨੇ ਤੁਹਾਡੇ ਸਾਹਮਣੇ, ਕਿਉਂਕਿ ਜਦੋਂ ਪਰਚਾ ਹੁੰਦਾ ਨਾ ਆਪਸ਼ਨ ਹੁੰਦੀ ਹੈ ਵੀ ਆ ਜਿਹੜੇ 3 ਪ੍ਰਸ਼ਨ ਨੇ ਇਹਨਾਂ ਵਿੱਚੋਂ ਇੱਕ ਹੱਲ ਕਰਨਾ ਹੈ। ਆਪਸ਼ਨ ਦਿੱਤੀ ਗਈ। ਕਹਿਣ ਲੱਗੇ ਤੁਹਾਡੇ ਸਾਹਮਣੇ ਆ 3 ਗੱਲਾਂ ਨੇ, ਇਹਨਾਂ ਵਿੱਚੋਂ ਇੱਕ ਮੰਨ ਲਓ। ਪਹਿਲੀ ਗੱਲ ਵੀ ਸ਼ਰਅ ਦੇ ਅਨੁਸਾਰੀ ਚਲੋ, ਕਲਮਾ ਪੜੋ, ਦੀਨ ਕਬੂਲ ਕਰ ਲਵੋ। ਦੂਸਰੀ ਗੱਲ ਵੀ ਕਰਾਮਾਤ ਵਿਖਾਓ। ਤੀਸਰੀ ਗੱਲ ਫਿਰ ਸ਼ਹੀਦ ਹੋਣ ਲਈ ਤਿਆਰ ਹੋ ਜਾਓ। 3 ਬਾਤ ਨਿਰਣੈ ਕਰ ਲੀਜੈ, ਲਖੋ ਭਲੀ ਸੋ ਧਾਰਨ ਕੀਜੈ। ਸ਼ਰਾ ਚਲੋ ਕਲਮੇ ਕੋ ਪੜ ਮੁਖ, ਦੇ ਸ਼ਾ ਭੋਗੈ ਸਭ ਵਿਦ ਸੁਖ। ਜੇ ਹਟ ਕਰੋ ਨਾ ਮਾਨੋ ਇਹੋ, ਕਰਾਮਾਤ ਕਾਮਲ ਹੋਏ ਦੇਹੋ। ਰਾਮ ਰਾਏ ਜਿਮ ਤੁਮਰਾ ਪੋਤਾ, ਸਦਾ ਸ਼ਾਹ ਅਨੁਸਾਰੀ ਹੋਤਾ। ਜੇ ਇਹ ਦੋਨੋਂ ਨਾਹਨ ਮਾਨੋ, ਆਪਣੇ ਪਾਨ ਪ੍ਰਾਨ ਤੁਹਾਨੋ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਵੀ ਪਹਿਲਾ ਪ੍ਰਸ਼ਨ ਇਹਦਾ ਉੱਤਰ ਇਹ ਆ ਕਿ ਜਿਵੇਂ ਤੁਹਾਨੂੰ ਆਪਣਾ ਦੀਨ ਪਿਆਰਾ, ਸਾਨੂੰ ਆਪਣਾ ਧਰਮ ਪਿਆਰਾ। ਕਿਉਂਕਿ ਜਿਹੜਾ ਬੰਦਾ ਧਰਮ ਛੱਡ ਦਿੰਦਾ ਹੈ ਨਾ, ਉਹਦੇ ਤੇ ਕੋਈ ਵਿਸ਼ਵਾਸ ਨਹੀਂ ਜੇ ਕਰਦਾ। ਜਿਹੜਾ
ਗੱਲ ਬਦਲ ਲਵੇ, ਦਲ ਬਦਲ ਲਵੇ, ਲੋਕੀ ਉਹਨਾਂ ਦਾ ਵਿਸ਼ਵਾਸ ਨਹੀਂ ਕਰਦੇ ਵੀ ਇਹ ਗੱਲ ਬਦਲੂ ਹੈ, ਇਹ ਦਲ ਬਦਲੂ ਹੈ। ਤੇ ਜਿਹੜਾ ਧਰਮ ਹੀ ਬਦਲ ਲਵੇ ਫਿਰ ਉਹਦਾ ਵਿਸ਼ਵਾਸ ਕੌਣ ਕਰੇਗਾ? ਸਾਹਿਬਜ਼ਾਦਿਆਂ ਨੇ ਇਹੀ ਕਿਹਾ ਸੀ ਨਾ, ਧਰਮ ਤਿਆਗਣ ਕੰਮ ਨਾ ਚੰਗਾ, ਧਰਮ ਤਿਆਗਣ ਖੋਤੇ, ਤੇਗ ਬਹਾਦਰ ਸਾਡਾ ਦਾਦਾ, ਅਸੀਂ ਹਾਂ ਉਹਦੇ ਪੋਤੇ। ਕਹਿਣ ਲੱਗੇ ਸਾਨੂੰ ਤਾਂ ਇਹ ਕਿਹਾ ਗਿਆ ਕਿ ਹਮਰੇ ਬੰਸ ਰੀਤ ਇਮ ਆਈ, ਸੀਸ ਦੀਏ ਪਰ ਧਰਮ ਨਾ ਜਾਈ। ਅਸੀਂ ਸਿਰ ਤਾਂ ਦੇ ਸਕਦੇ ਹਾਂ ਪਰ ਧਰਮ ਨਹੀਂ ਛੱਡ ਸਕਦੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਜਿਵੇਂ ਤੁਹਾਡੇ ਬਾਦਸ਼ਾਹ ਨੂੰ ਆਪਣਾ ਦੀਨ ਪਿਆਰਾ, ਐਵੇਂ ਸਾਨੂੰ ਆਪਣਾ ਧਰਮ ਪਿਆਰਾ, ਤੇ ਹਰ ਮਨੁੱਖ ਨੂੰ ਆਪਣੇ ਧਰਮ ਵਿੱਚ ਪੱਕਾ ਰਹਿਣਾ ਚਾਹੀਦਾ ਤੇ ਪਿਆਰ ਕਰਨਾ ਚਾਹੀਦਾ। ਜੇ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਕਿ ਤੁਹਾਡਾ ਮਜ਼ਹਬ ਖੂਬ ਕਿ ਸਾਡਾ ਖੂਬ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਬਹਾਦਰ ਸ਼ਾਹ ਤੁਹਾਡਾ ਤੁਹਾਨੂੰ ਖੂਬ ਤੇ ਸਾਡਾ ਸਾਨੂੰ ਖੂਬ, ਆਪੋ ਆਪਣੇ ਧਰਮ ਦੇ ਵਿੱਚ ਪੱਕੇ ਰਹੋ। ਦੂਸਰੀ ਗੱਲ ਕਹਿਣ ਲੱਗੇ ਕਰਾਮਾਤ ਮਾਲਕ ਦੀ ਬਖਸ਼ਿਸ਼ ਹੈ, ਪਰ ਆਪਣੇ ਬਚਾ ਲਈ, ਆਪਣੀ ਪ੍ਰਸਿੱਧੀ ਲਈ, ਆਪਣੀ ਪੂਜਾ ਲਈ ਕਰਾਮਾਤ ਵਿਖਾਉਣੀ, ਇਹਦੇ ਵਰਗਾ ਕਹਿਰ ਹੀ ਕੋਈ ਨਹੀਂ। ਨਾਟਕ ਚੇਟ ਕੀਏ ਕੁਕਾਜਾ, ਪ੍ਰਭ ਲੋਗਨ ਕੈ ਆਵਤ ਲਾਜਾ। ਪ੍ਰਭੂ ਪਿਆਰਿਆਂ ਨੂੰ ਸਭ ਤੋਂ ਵੱਡੀ ਲਾਜ ਉਦੋਂ ਲੱਗਦੀ ਜਦੋਂ ਆਪਣੇ ਬਚਾ ਲਈ ਉਹ ਕਰਾਮਾਤਾਂ ਜਾਂ ਚਮਤਕਾਰ ਵਿਖਾਉਣ ਲੱਗ ਪੈਣ। ਸਭ ਕਹਿੰਦੇ ਉਵੇਂ ਭਗਤੀ ਚਮਤਕਾਰ ਹੈ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਹੈ, ਮਾਲਕ ਦੀ ਬਖਸ਼ਿਸ਼, ਪਰ ਬਿਨਾਂ ਵਜ੍ਹਾ ਇਹਨੂੰ ਵਿਖਾਉਣਾ। ਜਦੋਂ ਭਾਈ ਮਤੀ ਦਾਸ ਨੂੰ ਕਿਹਾ ਸੀ ਨਾ ਵੀ ਜੇ ਤੇਰੇ ਗੁਰੂ ਤੇਗ ਬਹਾਦਰ ਸਾਹਿਬ ਕਰਾਮਾਤ ਨਹੀਂ ਵਿਖਾਉਂਦੇ ਤੇ ਤੂੰ ਹੀ ਵਿਖਾ ਦੇ, ਤੇ ਭਾਈ ਮਤੀ ਦਾਸ ਨੇ ਕਿਹਾ ਮੇਰਾ ਗੁਰੂ ਆਗਿਆ ਨਹੀਂ ਦਿੰਦਾ, ਜਿਹੜਾ ਦਿੱਲੀ ਤੇ ਲਾਹੌਰ ਤੁਸੀਂ ਕੋਹਾਂ ਦੂਰ ਮੰਨਦੇ ਹੋ ਨਾ, ਇਹਨਾਂ ਨੂੰ ਮੈਂ ਗਰਦਨਾਂ ਤੋਂ ਪਕੜ ਕੇ ਐਵੇਂ ਭੇੜ ਦਿਆਂ ਜਿਵੇਂ ਹੱਥ ਦੀ ਤਾਲੀ ਵੱਜਦੀ। ਭਾਈ ਮਤੀ ਦਾਸ ਨੇ ਕਿਹਾ ਸੀ ਕਰਾਮਾਤ ਵੇਖਣਾ ਚਾਹੁੰਦੇ ਹੋ? ਗੁਰੂ ਆਗਿਆ ਨੇ ਦੇਤ ਹੈ, ਨਹੀਂ ਤਾਂ ਦਿਓ ਦਿਖਾਏ, ਦਿੱਲੀ ਅਤੇ ਲਾਹੌਰ ਦੀ ਤਾਲੀ ਦਿਓ ਬਜਾਏ। ਦਿੱਲੀ ਤੇ ਲਾਹੌਰ ਨੂੰ ਮੈਂ ਭੇੜ ਸਕਦਾ ਆਪਸ ਵਿੱਚ, ਪਰ ਇਹ ਕਰਨਾ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਅਸੀਂ ਕਰਾਮਾਤ ਚਮਤਕਾਰ ਵਿੱਚ ਨਹੀਂ, ਅਸੀਂ ਬਖਸ਼ਿਸ਼ ਵਿੱਚ ਵਿਸ਼ਵਾਸ ਰੱਖਦੇ ਹਾਂ। ਅੱਜ ਵੀ ਸਿੱਖੋ, ਚਮਤਕਾਰ ਵੇਖ ਕੇ ਨਾ ਕਿਹਾ ਕਰੋ ਵੀ ਗੁਰੂ ਵਿੱਚ ਸ਼ਕਤੀ ਹੈ, ਉਵੇਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੋ। ਗੁਰੂ ਉਵੇਂ ਹੀ ਸਮਰੱਥ ਹੈ ਕਿ ਇੱਕ ਚਮਤਕਾਰ ਜਾਂ ਕਰਾਮਾਤ ਵੇਖ ਕੇ ਫਿਰ ਅਸੀਂ ਕਹਾਂਗੇ ਵੀ ਗੁਰੂ ਸ਼ਕਤੀ ਹੈ। ਕਰਾਮਾਤਾਂ ਜਾਂ ਚਮਤਕਾਰਾਂ ਵਾਲੇ ਪਾਸੇ ਧਿਆਨ ਨਾ ਰੱਖਿਓ, ਗੁਰੂ ਦੀ ਕਿਰਪਾ ਦੇ ਬਖਸ਼ਿਸ਼ ਦੇ ਪਾਤਰ ਬਣਿਓ। ਗੁਰ ਪ੍ਰਸਾਦ ਤੇ ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਇਹ ਤਰਸ ਸਾਡੇ ਤੇ ਹੋ ਜਾਵੇ, ਇਹ ਮਿਹਰਾਮਤ ਹੋ ਜੇ, ਗੁਰ ਪ੍ਰਸਾਦ ਹੋ ਜੇ, ਇਹਦੇ ਵਰਗੀ ਬਖਸ਼ਿਸ਼ ਹੀ ਕੋਈ ਨਹੀਂ। ਸਾਹਿਬ ਕਹਿਣ ਲੱਗੇ ਤੀਜੀ ਗੱਲ, ਸ਼ਹੀਦ ਹੋਣ ਵਾਸਤੇ ਤਿਆਰ ਹਾਂ। ਜਲਾਦ ਨੇ ਤਲਵਾਰ ਚਲਾਈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧੜ ਤੋਂ ਵੱਖਰਾ ਹੋਇਆ। ਔਰੰਗਜ਼ੇਬ ਦਾ ਹੁਕਮ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਦੇ ਟੁਕੜੇ ਕਰਕੇ ਦਿੱਲੀ ਦੇ ਮੁੱਖ ਦਰਵਾਜ਼ਿਆਂ ਤੇ ਟੰਗੇ ਜਾਣ। ਇੰਨੀ ਦਹਿਸ਼ਤ ਫੈਲ ਜੇ ਕਿ ਕੋਈ ਉਹਨਾਂ ਦੇ ਪਾਵਨ ਸਰੀਰ ਨੂੰ ਜਾਂ ਸੀਸ ਨੂੰ ਚੁੱਕਣ ਦਾ ਹਿਆ ਨਾ ਕਰੇ। ਪਰ ਮਾਲਕ ਏਡਾ ਵੱਡਾ ਤੇ ਉਹਦੇ ਸੇਵਕ ਕਿੰਨੇ ਮਹਾਨ, ਭਾਈ ਜੈਤਾ ਜੀ ਨੇ ਹੌਸਲਾ ਕੀਤਾ, ਉਹ ਸੀਸ ਉਠਾ ਕੇ ਲੈ ਗਿਆ। ਕਹਿਣ ਲੱਗੇ ਭਾਈ ਜੈਤਾ ਜੀ ਨੇ ਸੂਰਬੀਰਤਾ ਵਿਖਾਈ, ਹਿੰਮਤ ਦਿਖਾਈ। ਉਹ ਗੁਰੂ ਜੀ ਦਾ ਸੀਸ ਬੜੇ ਅਦਬ ਸਤਕਾਰ ਸਾਹਿਬ ਚੁੱਕ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਤਰਾਵੜੀ, ਨਾਭਾ ਸਾਹਿਬ, ਇਸੇ ਤਰ੍ਹਾਂ ਕੀਰਤਪੁਰ ਸਾਹਿਬ ਤੇ ਫਿਰ ਅਨੰਦਪੁਰ ਸਾਹਿਬ ਆਇਆ। ਉਧਰ ਭਾਈ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਨੂੰ ਅੱਗ ਲਾ ਕੇ, ਕਿਉਂਕਿ ਸ਼ਾਹੀ ਰਸਤਾ ਭੇਜਣ ਵਾਸਤੇ ਗੱਡਿਆਂ ਤੇ ਸਮਾਨ ਲੱਦ ਕੇ ਜਾਂਦਾ ਸੀ, ਰੂਹ ਵਿੱਚ ਲਪੇਟ ਕੇ ਗੱਡੇ ਉੱਪਰ ਸਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਧੜ ਨੂੰ ਉਹਨੇ ਆਪਣੇ ਘਰ ਰਾਏ ਸੀਨੇ ਲਿਆ ਕੇ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ। ਉਹਨੇ ਦੱਸ ਦਿੱਤਾ ਕਿ ਘਰ ਬਾਅਦ ਵਿੱਚ ਹੈ, ਗੁਰੂ ਪਹਿਲਾਂ ਹੈ। ਇਹ ਨਾ ਕਿਹਾ ਕਰੋ ਵੀ ਨਵਾਂ ਘਰ ਬਣਾਇਆ ਤੇ ਗ੍ਰੰਥੀ ਸਾਹਿਬ ਜੀ ਕਿਤੇ ਨਾਵੇਂ ਮਹੱਲੇ ਦਾ ਹੁਕਮਨਾਮਾ ਨਾ ਲੈ ਲਿਓ, ਕਿਉਂਕਿ ਬਹੁਤੀ ਵਾਰ ਤੇ ਆਪਾਂ ਸੂਰਤ ਮਹੱਲਾ ਨਾਵਾਂ ਉਦੋਂ ਹੀ ਸੁਣਦੇ ਜਦੋਂ ਅੰਤਮ ਅਰਦਾਸ ਹੁੰਦੀ ਹੈ। ਕਦੇ ਸੁਣਿਆ ਕਿਸੇ ਦੇ ਬੱਚੇ ਦਾ ਵਿਆਹ ਹੋਵੇ, ਕਿਸੇ ਨੇ ਘਰ ਬਣਾਇਆ ਹੋਵੇ ਤੇ ਉਸ ਘਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬੋਲਿਆ ਹੋਵੇ? ਪੜ੍ਹਦੇ ਆਪਾਂ ਜ਼ਰੂਰ ਆ ਵੀ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋਡੀਐ।
ਪੜ੍ਹੀ ਆਪਾਂ ਜਾਂਦੇ, ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੈ ਧਾਏ, ਪਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਘਰ ਤੇ ਆਉਣ ਦਿਓ। ਗ੍ਰੰਥੀ ਸਿੰਘ ਦਾ ਧੰਨਵਾਦ ਕਰੋ ਵੀ ਜਿੱਥੋਂ ਹੁਕਮਨਾਮਾ ਆਵੇ ਉਹ ਲਓ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਲਾਣੀਆਂ ਚੋਂ ਵੀ ਮੁੱਖ ਵਾਕ ਆਉਂਦਾ, ਲਾਵਾਂ ਦਾ ਵੀ ਮੁੱਖ ਵਾਕ ਆਉਂਦਾ, ਘੋੜੀਆਂ ਵੀ ਮੁੱਖ ਵਾਕ ਆਉਂਦਾ। ਜਦੋਂ ਘਰਾਂ ਵਿੱਚ ਅਖੰਡ ਪਾਠ ਸਾਹਿਬ ਸਹਿਜ ਪਾਠ ਚੱਲਦਾ, ਕੀ ਆਪਾਂ ਖੁਸ਼ੀ ਗਮੀ ਸਮੇਂ ਸੱਦ ਘੋੜੀਆਂ ਲਾਵਾਂ ਨਹੀਂ ਪੜ੍ਹਦੇ? ਤੇ ਫਿਰ ਇਹ ਕਿਉਂ ਵੀ ਅੰਤਮ ਅਰਦਾਸ ਵੇਲੇ ਸੋਰਠ ਮਹੱਲਾ ਨਾਵਾਂ ਤੇ ਖੁਸ਼ੀ ਸਮੇਂ ਸੋਰਠ ਮਹੱਲਾ ਪੰਜਵਾਂ ਗੁਰ ਪੂਰਾ ਕਿਰਪਾ ਧਾਰੀ। ਤੇ ਜੇ ਆਪਾਂ ਇਹੋ ਸੁਣਨਾ ਚਾਹੁੰਦੇ ਆ ਤੇ ਸੋਰਠ ਮਹੱਲਾ ਨਾਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਇਹਦੀ ਸਮਾਪਤੀ ਇੱਥੇ ਜਾ ਕੇ ਹੁੰਦੀ ਹੈ, ਗੁਰ ਕਿਰਪਾ ਜੇ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਇਸ ਕਰਕੇ ਭਾਈ ਲੱਖੀ ਸ਼ਾਹ ਵਣਜਾਰੇ ਨੇ ਦੱਸ ਦਿੱਤਾ ਵੀ ਘਰ ਗੁਰੂ ਤੇਗ ਬਹਾਦਰ ਸਾਹਿਬ ਤੋਂ ਕੁਰਬਾਨ ਹੋ ਸਕਦਾ ਹੈ, ਪਰ ਘਰ ਦੀ ਖੁਸ਼ੀ ਦੀ ਖਾਤਰ ਆਪਾਂ ਗੁਰੂ ਤੋਂ ਮੂੰਹ ਨਹੀਂ ਜੇ ਮੋੜਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਨੇ ਬਹੁਪੱਖੀ ਸ਼ਖਸੀਅਤ ਹੋ ਕੇ ਐਸੇ ਮਹਾਨ ਪਰਉਪਕਾਰ ਕੀਤੇ ਕਿ ਜਿਨ੍ਹਾਂ ਦਾ ਸੱਚਮੁੱਚ ਸੰਸਾਰ ਦੇ ਵਿੱਚ ਕੋਈ ਬਦਲ ਨਹੀਂ ਹੈ। ਆਪਣੇ ਧਰਮ ਕਰਮ ਲਈ, ਆਪਣੀ ਸੰਸਕ੍ਰਿਤੀ ਲਈ, ਆਪਣੇ ਲੋਕਾਂ ਲਈ ਤਾਂ ਕੁਰਬਾਨੀਆਂ ਸਮਾਜ ਸੇਵਕ ਪ੍ਰਭੂ ਪਿਆਰੇ ਆਦਿ ਕਾਲ ਤੋਂ ਹੀ ਦਿੰਦੇ ਆਏ, ਪਰ ਜਿਸ ਧਰਮ ਵਿੱਚ ਆਪਣਾ ਵਿਸ਼ਵਾਸ ਤੱਕ ਵੀ ਨਹੀਂ ਸੀ, ਉਸ ਧਰਮ ਦੇ ਲਈ ਸੀਸ ਕਟਾ ਦੇਣਾ, ਇਹ ਕੇਵਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਹਿੱਸੇ ਵਿੱਚ ਆਇਆ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਆਪ ਜੀ ਬੜੀ ਸ਼ਰਧਾ ਭਾਵਨਾ ਸਹਿਤ ਮਨਾ ਰਹੇ ਹੋ। ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਦਾਸ ਨੂੰ ਸਮਾਂ ਦੇ ਕੇ ਨਵਾਜਿਆ। ਬੜੇ ਪਿਆਰ ਸਹਿਤ ਸਤੇਜ ਸਕੱਤਰ ਸਾਹਿਬ ਪਾਸੋਂ ਅਗਲੇ ਜਥੇ ਬਾਰੇ ਆਪ ਜੀ ਸਰਵਣ ਕਰੋ। ਉਹਨਾਂ ਨੂੰ ਵੀ ਆਪਾਂ ਜੀਆਂ ਆਖਦੇ ਹਾਂ। ਹੋਈਆਂ ਭੁੱਲਾਂ ਤੋਂ ਖਿਮਾ ਦੀ ਜਾਚਨਾ ਕਰਦਾ ਦਾਸ ਗੁਰੂ ਫਤਿਹ ਦੀ ਸਾਂਝ ਕਰ ਰਿਹਾ। ਸਾਰੇ ਪਿਆਰ ਸਹਿਤ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले सोने हाल सा